ਜੇ ਗੁਰੂ ਗ੍ਰੰਥ ਸਾਹਿਬ ਨੂੰ 35 ਮਹਾਂਪੁਰਖਾਂ ਦੀ ਆਤਮਾ ਜੋਤ ਮੰਨਦੇ ਆ, ਗਿਆਨ ਦਾ ਸਮੁੰਦਰ ਮੰਨਦੇ ਆ, ਤੇ ਇਹਦੇ ਬਰਾਬਰ 10 ਗ੍ਰੰਥ ਫਿਰ ਕਿਵੇਂ ਆ ਗਿਆ? ਇਹ ਕਦੀ ਵੀ ਨਹੀਂ ਆਉਣਾ ਚਾਹੀਦਾ। ਇਹ ਗੁਰੂ ਸਾਹਿਬ ਦਾ ਅਪਮਾਨ ਕਰ ਰਹੇ ਨੇ ਸਿੱਖ ਅਖਵਾਉਣ ਵਾਲੇ ਆਪ। ਇਸੇ ਤਰ੍ਹਾਂ ਰੱਖਿਆ ਹੋਇਆ ਹੈ ਆ ਦਮਦਮੀ ਟਕਸਾਲ ਜਿਹੜੇ ਅਖਵਾਉਂਦੇ ਨੇ ਆਪਣੇ ਆਪ ਨੂੰ ਮਹਿਤੇ ਚੌਂਕ ਵਾਲੇ, ਇਹਨਾਂ ਦੇ ਡੇਰਿਆਂ 'ਚ ਵੀ ਅਖੰਡ ਪਾਠ ਹੁੰਦੇ ਨੇ ਬਕਾਇਦਾ 10 ਗ੍ਰੰਥ ਦੇ। ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਦੇ ਪੈਸੇ ਘੱਟ ਤੇ 10 ਗ੍ਰੰਥ ਦੇ ਅਖੰਡ ਪਾਠ ਦੇ ਪੈਸੇ ਬਹੁਤੇ ਲਏ ਜਾਂਦੇ ਨੇ। ਮੰਦੀਆਂ ਕਰਤੂਤਾਂ ਦੇ ਕਾਰਨ ਅੱਜ ਸਾਰੀ ਜਗਤ ਦੇ ਵਿੱਚ ਇਹਨਾਂ ਦਾ ਜਲੂਸ ਨਿਕਲ ਚੁੱਕਿਆ ਹੋਇਆ ਹੈ, ਸ਼੍ਰੋਮਣੀ ਕਮੇਟੀ ਦਾ ਅਤੇ ਅਕਾਲੀ ਦਲ ਦਾ। ਇਸੇ ਤਰ੍ਹਾਂ ਇਹਨਾਂ ਡੇਰਿਆਂ ਦਾ ਵੀ ਜਲੂਸ ਨਿਕਲ ਕੇ ਰਹੇਗਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ 10 ਗ੍ਰੰਥ ਦੇ ਪਿੱਛੇ ਆਪ ਲੱਗੇ ਨੇ ਤੇ ਇਹ ਦੁਸ਼ਟ ਕਰਮ ਕਰਨ ਵਾਸਤੇ ਲੋਕਾਂ ਨੂੰ ਵੀ ਇਸ ਪਾਸੇ ਤੋਰ ਰਹੇ ਨੇ। ਦੇ ਵਿੱਚ ਮੈਂ ਆਪ ਦੇਖ ਕੇ ਆਇਆ ਤੇ ਗੁਰਦੁਆਰਾ ਇੱਕ ਗਊ ਘਾਟ ਸਾਹਿਬ ਵੀ ਬਣਿਆ ਹੋਇਆ ਹੈ, ਭਾਵ ਕਿ ਇੱਥੇ ਇੱਕ ਗਊ ਪਾਣੀ ਪੀ ਕੇ ਗੰਗਾ ਚੋਂ ਤੇ ਉਹ ਫਿਰ ਆ ਕੇ ਇਸ਼ਨਾਨ ਕਰਾਉਂਦੀ ਸੀ ਤੇ ਉਹ ਗੁਰਦੁਆਰੇ ਦਾ ਮੂੰਹ ਚੋਂ ਕੱਢਦੀ ਸੀ ਪਾਣੀ। ਮੈਂ ਤਾਂ ਸਵਾਲ ਕੀਤੇ ਉੱਥੋਂ ਦੇ ਗਾਈਡ ਨੂੰ ਕਿ ਜੇ ਇੱਥੇ ਇਸ਼ਨਾਨ ਕਰਾਉਂਦੀ ਸੀ ਉਹ ਗਊ ਪਾਣੀ ਉੱਥੋਂ ਲਿਆ ਕੇ ਪਾਣੀ ਪੀ ਕੇ ਆ ਜਾਂਦੀ ਸੀ? ਕਹਿਣ ਲੱਗਿਆ ਹਾਂ। ਫਿਰ ਪਾਣੀ ਉਲਟਾ ਕੱਢਦੀ ਸੀ, ਉਹ ਵੀ ਉਲਟੀ ਹੋ ਗਈ ਕਿ ਪਿਸ਼ਾਬ ਕਰਦੀ ਸੀ ਉੱਤੇ ਸਾਧਾਂ ਦੇ? ਉਹ ਨਾਲ ਦੀ ਨਾਲ ਉਹ ਭੱਜ ਗਿਆ ਜਿਹੜਾ ਗਾਈਡ ਸੀ, ਕਹਿੰਦਾ ਜੀ ਮੈਨੂੰ ਇਹਨਾਂ ਗੱਲਾਂ ਦਾ ਨਹੀਂ। ਗੁਰਦੁਆਰਾ ਉੱਥੇ ਗੁਰਦੁਆਰਾ ਇੰਨੇ ਗੁਰਦੁਆਰੇ ਬਣਾ ਦਿੱਤੇ ਨੇ, ਗੁਰਦੁਆਰਿਆਂ ਦੇ ਨਾਮ ਵੀ ਧਰਨੇ ਭੁੱਲ ਗਏ। ਉੱਥੇ ਤਾਂ ਜਿਵੇਂ ਆਪਾਂ ਕਹਿੰਦੇ ਆ ਭੱਠਾ ਸਾਹਿਬ ਗੁਰਦੁਆਰਾ, ਪੌੜ ਸਾਹਿਬ ਗੁਰਦੁਆਰਾ, ਦਾਤਣ ਸਾਹਿਬ, ਨਿੰਮ ਸਾਹਿਬ, ਟਾਹਲੀ ਸਾਹਿਬ ਤੇ ਹੋਰ ਤਾਂ ਹੋਰ 2 ਗੁਰਦੁਆਰੇ ਇੱਕ ਫਰੀਦਕੋਟ ਦੇ ਲਾਗੇ ਆ। ਮੈਂ ਪਿਛਲੇ ਸਮੇਂ 'ਚ ਆਪਣੀ ਫੇਸਬੁੱਕ ਪੇਜ 'ਤੇ ਵੀ ਪਾਇਆ ਸੀ। ਤੇ ਇੱਕ ਹਰਿਆਣੇ ਦੇ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ ਵਿੱਚ ਹੈ 2 ਗੁਰਦੁਆਰੇ ਜੋੜਾ ਸਾਹਿਬ ਦੇ ਨਾਮ 'ਤੇ ਬਣੇ ਹੋਏ ਨੇ, ਜਾਣੀ ਕਿ ਜੁੱਤੀ ਦੇ ਨਾਮ 'ਤੇ ਗੁਰਦੁਆਰੇ ਬਣੇ ਹੋਏ ਨੇ। ਡੁੱਬ ਮਰਨ ਵਾਲੀ ਗੱਲ ਨਹੀਂ। ਤੇ ਹੋਰ ਜੇ ਤਾਂ ਇਉਂ ਗੁਰਦੁਆਰੇ ਬਣਾਉਣ ਲੱਗੇ ਫਿਰ ਤਾਂ ਹਰੇਕ ਦੇ ਨਾਮ 'ਤੇ ਦੇ ਗੁਰਦੁਆਰਾ ਤੇ ਲੈ ਗੁਰਦੁਆਰਾ। ਸਾਨੂੰ ਅਕਲ ਦਾ ਖਾਨਾ ਹੋ ਗਿਆ ਬੰਦ। ਇੱਥੇ ਮੱਥਾ ਟੇਕ ਲਿਆ, ਉੱਥੇ ਮੱਥਾ ਟੇਕ ਲਿਆ ਤੇ ਲਗਾਤਾਰ ਮੱਥੇ ਟੇਕਦੇ ਸਾਡੇ ਤਾਂ ਲੱਕ ਦੂਰੇ ਹੋ ਗਏ। ਸਾਨੂੰ ਤਾਂ ਸਿੱਧਾ ਵੀ ਨਹੀਂ ਹੋਣਾ ਮਿਲਦਾ। ਇੰਨੇ ਗੁਰਦੁਆਰੇ ਬਣ ਗਏ, ਕਿੱਥੇ ਕਿੱਥੇ ਮੱਥਾ ਟੇਕੀ ਜਾਈਏ, ਕਿੱਥੇ ਕਿੱਥੇ ਆਪਣੇ ਬੋਝੇ ਖਾਲੀ ਕਰਵਾ ਲਈਏ, ਪਰ ਕਿਸੇ ਗੁਰਦੁਆਰੇ 'ਚੋਂ ਅਕਲ ਸਾਨੂੰ ਨਹੀਂ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਥਾ ਹੁੰਦੀ ਹੈ ਸਵੇਰ ਨੂੰ ਸ਼ਾਮ ਨੂੰ, ਉੱਥੇ ਵੀ ਝੂਠੀਆਂ ਕਹਾਣੀਆਂ ਸੂਰਜ ਪ੍ਰਕਾਸ਼ 'ਚੋਂ, 10 ਗ੍ਰੰਥ 'ਚੋਂ ਅਤੇ ਹੋਰ ਤਰ੍ਹਾਂ ਦੀਆਂ ਕਿਤਾਬਾਂ 'ਚੋਂ ਲੈ ਕੇ ਝੂਠੀਆਂ ਕਹਾਣੀਆਂ, ਕਰਾਮਾਤੀ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ। ਗੁਰਬਾਣੀ ਦਾ ਵਿਗਿਆਨਕ ਨਜ਼ਰੀਆ ਜਿਹੜਾ ਸਾਨੂੰ ਅਕਲਮੰਦ ਇਨਸਾਨ ਬਣਾਵੇ, ਉਹ ਨਜ਼ਰੀਆ ਸਾਹਮਣੇ ਪੇਸ਼ ਨਹੀਂ ਕੀਤਾ ਜਾਂਦਾ। ਸ਼੍ਰੋਮਣੀ ਕਮੇਟੀ ਦੇ ਕਾਲਜ ਫੇਲ ਹੋ ਗਏ ਨੇ, ਸ਼੍ਰੋਮਣੀ ਕਮੇਟੀ ਦੇ ਸਕੂਲ ਚੰਗੀ ਪੜ੍ਹਾਈ ਨਾ ਹੋਣ ਕਰਕੇ ਫੇਲ ਹੋ ਗਏ ਨੇ। ਤੇ ਮੈਂ ਆਉਣ ਵਾਲੇ ਸਮੇਂ ਬਾਰੇ ਵੀ ਕਹਿਣਾ ਚਾਹੁੰਦਾ, ਕਈਆਂ ਨੂੰ ਬੁਰੀ ਲੱਗੇਗੀ ਤੇ ਗੁਰਦੁਆਰਿਆਂ ਦੇ ਵਿੱਚ ਵੀ ਲੋਕਾਂ ਦਾ ਆਉਣਾ ਜਾਣਾ ਘਟੇਗਾ, ਚੜ੍ਹਾਵਾ ਘਟੇਗਾ ਤੇ ਇਹਦੇ ਨਾਲ ਗੁਰਦੁਆਰੇ ਫੇਲ ਹੋਣਗੇ ਜੇ ਇਹਨਾਂ ਨੂੰ ਇਸੇ ਤਰ੍ਹਾਂ ਪੂਜਾ ਦੇ ਕੇਂਦਰ ਬਣਾਈ ਰੱਖਿਆ ਤਾਂ। ਸਤਿ ਸ਼੍ਰੀ ਅਕਾਲ, ਪੁਆਧ ਵੈਬ ਟੀਵੀ ਦੇਖ ਰਹੇ ਹੋ ਥਵੇਂ। मैं ਧਨਵੰਤ ਸਿੰਘ ਘੁਮਾਣ। ਬਈ कुछ समय पहला मैंने एक वीडियो पाई थी 10 ग्रंथ के ऊपर ਜਿਹੜੇ ਵਿਚਾਰ ਤੇ ਉਹ ਪੇਸ਼ ਕਰੇ ਤੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੇ। ਤਾਂ ਉਹਨਾਂ ਵਿਚਾਰਾਂ ਤੇ ਬਾਅਦ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ, ਬਹੁਤ ਸਾਰੇ ਨੈਗੇਟਿਵ ਕਮੈਂਟ ਵੀ ਆਏ, ਪਰ ਬਹੁਤ ਸਾਰੇ ਲੋਕਾਂ ਨੇ ਇਹ ਬਾਤ ਕਹੀ ਕਿ ਘੱਗਾ ਜੀ ਦੇ ਵਿਚਾਰਾਂ ਨਾਲ ਅਸੀਂ ਪੂਰੇ 100% ਸਹਿਮਤ ਹਾਂ। ਤਾਂ ਹੁਣ ਆਪੋ ਆਪਣੀ ਸਮਝ ਲਾ ਲਓ, ਆਪੋ ਆਪਣਾ ਗਿਆਨ ਲਾ ਲਓ ਵੀ ਉਸਕੇ ਮੁਤਾਬਕ ਲੋਕਾਂ ਨੇ ਕਮੈਂਟ ਕਰੇ ਆ। ਤਾਂ ਬਹੁਤ ਸਾਰੇ ਕਮੈਂਟ ਇਸ ਤਰ੍ਹਾਂ के भी आए हैं भी जे फिर तुसी 10 ग्रंथ नूं नहीं मानते तो फिर 10 ग्रंथ की पूजा करी जा या फिर 10 ग्रंथ नूं मन्निया जा। जिहड़े गुरुद्वारा साहिब के बारे में, उन्होंने गुरुद्वारा साहिब के बारे में थारे की विचार हैं। तो अज जो ही विचार लेकर हमें प्रोफैसर साहब की गल दोबारा जिहड़े पेश हो रहे हैं, तो अज चर्चा करांगे भी हेमकुंट साहिब हो गया, हजूर साहिब हो गया, भी इस तरह के जिहड़े गुरुद्वारा साहिब हाँ तो उन्होंने के विच जिहड़े 10 ग्रंथ की पूजा करी जा उसके बारे में प्रोफैसर इंदर सिंह घग्गा का की कहना। कर लीए स्वागत सर जी। सत श्री अकाल। सत श्री अकाल जी सारे ਸਰੋਤਿਆਂ ਨੂੰ बहुत बहुत जी। प्रोफैसर साहब पहला तो मैनूं जो बात दसो भी तुसीं 10 ग्रंथ नूं बिल्कुल ही नकार रहे हो, जिहड़े कि पहली वीडियो के विच आपां ने गलबात करी आ। उस तो बाद हुण आपां इस पर चर्चा करांगे अज कि 10 ग्रंथ जब तुसीं नकार रहे हो फिर जिहड़े गुरुद्वारा साहिबान आ जिस तरह कि हेमकुंट साहिब हो गया, हजूर साहिब हो गया और होर भी बहुत सारे गुरुद्वारा साहिबान जिन्हां में केवल तो केवल 10 ग्रंथ की पूजा हो रही है, उन्होंने के बारे में की विचार है? सोचने वाली गल ये है जी, गुरबाणी साडे वास्ते इन्नी महान है कि गुरु साहिब ने आप लिखी है। आप गुरु नानक साहिब ने घूम फिर के भगत साहिबाना दी
ਉੱਤਮ ਰਚਨਾ ਉਹ ਇਕੱਤਰ ਕੀਤੀ ਹੈ, ਉਹਨੂੰ ਪੰਜਾਬੀ ਅੱਖਰਾਂ ਦੇ ਵਿੱਚ ਅਨੁਵਾਦ ਕੀਤਾ ਹੈ। ਫਿਰ ਪੰਜਵੇਂ ਪਾਤਸ਼ਾਹ ਨੇ ਉਹਨੂੰ ਆਪ ਸੰਪਾਦਨਾ ਦਾ ਰੂਪ ਦਿੱਤਾ ਹੈ, ਜਿਹੜਾ ਅੱਜ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਇਹ ਗੁਰੂ ਸਾਹਿਬ ਦਾ ਆਪ ਤਿਆਰ ਕੀਤਾ ਹੋਇਆ ਹੈ, ਇਹਦੇ ਤੇ ਤਾਂ ਸਾਨੂੰ ਅਤਵਾਰ ਨਹੀਂ ਆਇਆ। ਤੇ ਜਿਹੜਾ ਗੁਰੂ ਸਾਹਿਬ ਦਾ ਆਪ ਤਿਆਰ ਹੀ ਨਹੀਂ ਕੀਤਾ ਉਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖੀ ਫਿਰਦੇ ਹਾਂ। ਤੇ ਮੈਂ ਇਹ ਆਪ ਜੀ ਨੂੰ ਸਾਰਿਆਂ ਨੂੰ ਦੱਸ ਦੇਵਾਂ, 1895-96 ਦੇ ਵਿੱਚ ਗੁਰਮਤ ਪ੍ਰਚਾਰ ਸਭਾ ਅੰਮ੍ਰਿਤਸਰ ਦੇ ਵਿੱਚ ਇੱਕ ਕਮੇਟੀ ਬਣੀ ਸੀ, ਜਿਹਦੇ ਵਿੱਚ ਕੋਈ ਚੋਟੀ ਦੇ ਵਿਦਵਾਨ ਵਗੈਰਾ ਨਹੀਂ ਸੀ। ਤੇ ਉਹਨਾਂ ਨੇ 30 ਦੇ ਨੇੜੇ ਤੇੜੇ ਪੋਥੀਆਂ ਅਲੱਗ-ਅਲੱਗ ਵਿਚਿੱਤਰ ਨਾਟਕ ਦਸਮ ਗ੍ਰੰਥ ਦੀਆਂ ਜਿੱਥੋਂ ਮਿਲੀਆਂ ਉਹਨਾਂ ਨੂੰ ਉਹ ਇਕੱਤਰ ਕੀਤੀਆਂ ਨੇ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਡਾਕਟਰ ਰਤਨ ਸਿੰਘ ਜੱਗੀ ਨੇ ਆਪਣੇ ਥੀਸਿਸ ਜਿਹੜਾ ਕਿ PhD ਦਾ ਥੀਸਿਸ ਹੈ ਉਹਨਾਂ ਦਾ 1966 ਦੇ ਵਿੱਚ ਤਿਆਰ ਕੀਤਾ ਸੀ। ਉਦੋਂ ਦਾ ਇਹ ਡਾਕਟਰ ਰਤਨ ਸਿੰਘ ਜੱਗੀ ਦਾ ਲਿਖਿਆ ਹੋਇਆ ਹੈ ਕਿ ਇਹ ਉਦੋਂ ਉਹਨਾਂ ਲੋਕਾਂ ਨੇ ਇਹਨੂੰ ਇੱਕ ਰੂਪ ਦਿੱਤਾ, ਜਿਹੜੇ ਕਿ ਗੁਰਮਤ ਪ੍ਰਚਾਰ ਸਭਾ ਸੀ ਅੰਮ੍ਰਿਤਸਰ 'ਚ। 1901 ਦੇ ਵਿੱਚ ਭਾਈ ਜਵਾਹਰ ਸਿੰਘ ਅਤੇ ਕਿਰਪਾਲ ਸਿੰਘ ਅੰਮ੍ਰਿਤਸਰ ਵਾਲੇ ਪਬਲਿਸ਼ਰਾਂ ਨੇ ਪਹਿਲੀ ਵਾਰੀ ਇਹਨੂੰ ਇਸ ਰੂਪ 'ਚ ਛਾਪਿਆ। ਉਦੋਂ ਪਹਿਲਾਂ ਇਹਦਾ ਇਹ ਰੂਪ ਕਿਤੇ ਵੀ ਨਹੀਂ ਮਿਲਦਾ, ਨੰਬਰ 1। ਦੂਜਾ, ਜਿਹੜੇ ਲੋਕ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੰਨੀ ਬੈਠੇ ਨੇ ਉਹਨਾਂ ਦੀ ਅਕਲ ਦਾ ਦਿਵਾਲਾ ਨਿਕਲਿਆ ਹੀ ਆਖਿਆ ਜਾ ਸਕਦਾ ਹੈ। ਹੁਣ ਜੇ ਆਪਾਂ ਗੁਰਦੁਆਰਿਆਂ ਦੇ ਅੰਦਰ ਦੀ ਹਾਲਤ ਵੇਖੀਏ ਤਾਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ, ਜਿਹਨੂੰ ਅਸੀਂ ਸਭ ਤੋਂ ਮਹਾਨ ਗਿਣਦੇ ਹਾਂ, ਦੋਵਾਂ ਦੀ ਮਰਿਆਦਾ ਇੱਕ ਨਹੀਂ ਹੈ। ਜਿਹੜੇ ਦਰਬਾਰ ਸਾਹਿਬ ਦੇ ਵਿੱਚ ਅਖੰਡ ਪਾਠ ਹੋ ਰਹੇ ਨੇ ਉਹਦੀ ਜਿਹੜੀ ਦੇਖ ਰੇਖ ਦੇ ਵਿੱਚ ਅਖੰਡ ਪਾਠ ਹੋ ਰਹੇ ਨੇ, ਉੱਥੇ ਰਾਗਮਾਲਾ ਪੜ੍ਹੀ ਜਾਂਦੀ ਹੈ। ਤੇ ਜਿਹੜਾ ਆਪਣਾ ਅਕਾਲ ਤਖਤ ਤੇ ਜਿਹੜੀ ਹੈ ਰਹਿਤ ਮਰਿਆਦਾ ਲਾਗੂ ਹੈ, ਉਹਦੇ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ। ਇਸੇ ਤਰ੍ਹਾਂ ਹੋਰ ਕਿੰਨੀਆਂ ਗੱਲਾਂ ਨੇ, ਉਹ ਸਾਰੀਆਂ ਅਕਾਲ ਤਖਤ ਦੀਆਂ ਤੇ ਦਰਬਾਰ ਸਾਹਿਬ ਦੀਆਂ ਵੀ ਮੇਲ ਨਹੀਂ ਖਾਂਦੀਆਂ। ਬਾਕੀ ਰਹੇ ਬਾਹਰ ਦੇ ਗੁਰਦੁਆਰੇ, ਜਿਵੇਂ ਆਪਾਂ ਕਹਿੰਦੇ ਹਾਂ ਹਜੂਰ ਸਾਹਿਬ ਵਾਲਾ, ਪਟਨਾ ਸਾਹਿਬ ਵਾਲਾ। ਹੁਣ ਇਹ ਤਾਂ ਹਜੂਰ ਸਾਹਿਬ ਤਾਂ ਤੁਸੀਂ ਆਮ ਵੀਡੀਓ ਬਣੀਆਂ ਹੋਈਆਂ ਨੇ, ਜਿਹੜੇ ਉੱਥੇ ਜਾਂਦੇ ਨੇ ਉਹ ਵੇਖ ਸਕਦੇ ਨੇ। ਉੱਥੇ ਤਾਂ ਗੁਰਦੁਆਰੇ ਦੇ ਐਨ ਉਸ ਪ੍ਰਕਰਮਾਂ ਦੇ ਨੇੜੇ ਤੇੜੇ ਬੱਕਰੇ ਵੀ ਵੱਢੇ ਜਾਂਦੇ ਨੇ, ਤੇ ਬੱਕਰੇ ਵੱਢ ਕੇ ਲੋਕਾਂ ਦੇ ਮੱਥੇ 'ਚ ਟਿੱਕੇ ਵੀ ਲਾਏ ਜਾਂਦੇ ਨੇ ਖੂਨ ਦੇ। ਤੇ ਜਿਹੜੀਆਂ ਕਿਹਾ ਜਾਂਦਾ ਗੁਰੂ ਸਾਹਿਬ ਦੇ ਸ਼ਸਤਰ ਉੱਥੇ ਰੱਖੇ ਨੇ ਵਿਖਾਉਣ ਵਾਸਤੇ, ਉਹਨਾਂ ਸ਼ਸਤਰਾਂ ਨੂੰ ਵੀ ਟਿੱਕੇ ਖੂਨ ਦੇ ਲਾਏ ਜਾਂਦੇ ਨੇ। ਤੇ ਇੱਥੋਂ ਤੱਕ ਉੱਥੋਂ ਦਾ ਅਖੌਤੀ ਜਥੇਦਾਰ ਹੈ ਜਿਹੜਾ, ਜਿਹਨੂੰ ਤਖਤ ਦਾ ਜਥੇਦਾਰ ਕਹਿੰਦੇ ਨੇ, ਮੈਂ ਉਹਨੂੰ ਅਖੌਤੀ ਕਹਿਣਾ, ਕਿਉਂਕਿ ਜੇ ਤਖਤ ਹੈ ਤਾਂ ਸਾਡੇ ਕੋਲੇ ਤਾਂ ਇੱਕੋ ਹੀ ਹੈ, 5-5 ਤਖਤ ਨਹੀਂ ਹੋਇਆ ਕਰਦੇ। ਪਰ ਇਹਨਾਂ ਨੇ ਪੁਜਾਰੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਥਾਪ ਦਿੱਤਾ ਤਾਂ ਕਿ ਆਮ ਲੋਕਾਂ ਤੇ ਦਬਾਅ ਪ੍ਰਭਾਵ ਪਾਇਆ ਜਾ ਸਕੇ। ਉਹ ਪੁਜਾਰੀ ਹੈ ਜਿਹੜਾ ਉੱਥੋਂ ਦਾ, ਉਹ ਮੂੰਹ ਤੇ ਬਦਮਾਸ਼ਾਂ ਵਾਂਗੂ ਠਾਠਾ ਬੰਨ੍ਹ ਕੇ ਰੱਖਦਾ ਹਰ ਵਕਤ ਜਦੋਂ ਸੰਗਤਾਂ ਦੇ ਵਿੱਚ ਆਉਂਦਾ। ਆਪਾਂ ਤਾਂ ਆ ਜਿਹੜਾ ਕਰੋਨਾ ਵਾਇਰਸ ਚੱਲਿਆ ਸੀ, ਉਦੋਂ ਮੂੰਹ ਤੇ ਕੱਪੜਾ ਬੰਨ੍ਹਦੇ ਸੀ, ਸਰਕਾਰ ਦਾ ਹੁਕਮ ਸੀ ਕਿ ਕੋਈ ਵਾਇਰਸ ਹੈ ਜਿਹੜਾ ਤੁਹਾਡੇ ਅੰਦਰ ਦਾਖਲ ਹੋਊਗਾ ਵਗੈਰਾ ਵਗੈਰਾ। ਪਰ ਉਹ ਸਦਾ ਹੀ ਮੂੰਹ ਤੇ ਠਾਠਾ ਬੰਨ੍ਹ ਕੇ ਆਉਂਦਾ, ਜਿਵੇਂ ਕੋਈ ਬਦਮਾਸ਼ ਫਿਰਦਾ ਹੁੰਦਾ। ਇਸ ਤਰ੍ਹਾਂ ਲੋਕਾਂ ਨੂੰ ਉਹ ਦਰਸ਼ਨ ਦਿੰਦਾ ਆ ਕੇ। ਤੋ ਇਹ ਜਿਹੜੀਆਂ ਚੀਜ਼ਾਂ ਨੇ, ਫਿਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉੱਥੇ ਦਸਮ ਗ੍ਰੰਥ ਰੱਖਿਆ ਜਾਂਦਾ ਹੈ। ਕੋਈ ਸਾਧ ਸੰਤ ਆਦਿਕ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬਹਿੰਦਾ, ਉਹ ਤਾਂ ਲੱਗਦਾ ਸਾਨੂੰ ਭੈੜਾ ਅਪਮਾਨਜਨਕ ਗੱਲ ਲੱਗਦੀ ਹੈ। ਜੇ ਕੋਈ ਸਿੱਖ ਉੱਥੇ ਬਹਿ ਜਾਵੇ ਚੌਂਕੜਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਤੇ ਉਹ ਵੀ ਸਾਨੂੰ ਬੁਰਾ ਲੱਗਦਾ, ਮਰਨ ਮਾਰਨ ਤੇ ਉਤਰੇ ਹੁੰਦੇ ਆ। ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਚੱਕੀ ਜਾਵੇ ਤੇ ਆਪ ਉੱਥੇ ਚੌਂਕੜਾ ਮਾਰ ਕੇ ਬੈਠ ਜੇ ਕਿ ਤੁਸੀਂ ਮੇਰੀ ਪੂਜਾ ਕਰੋ ਆ ਕੇ, ਫਿਰ ਤਾਂ ਸਾਡੇ ਸੱਤੀ ਕੱਪਣੀ ਅੱਗ ਲੱਗ ਜਾਵੇਗੀ। ਪਰ ਕਦੀ ਸੋਚ ਕੇ ਦੇਖੋ, ਜੇ ਗੁਰੂ ਗ੍ਰੰਥ ਸਾਹਿਬ ਨੂੰ 35 ਮਹਾਂਪੁਰਖਾਂ ਦੀ ਆਤਮਾ ਜੋਤ ਮੰਨਦੇ ਆ, ਗਿਆਨ ਦਾ ਸਮੁੰਦਰ ਮੰਨਦੇ ਆ, ਤੇ ਇਹਦੇ ਬਰਾਬਰ ਦਸਮ ਗ੍ਰੰਥ ਪਰ ਕਿਵੇਂ ਆ ਗਿਆ? ਇਹ ਕਦੀ ਵੀ ਨਹੀਂ ਆਉਣਾ ਚਾਹੀਦਾ। ਇਹ ਗੁਰੂ ਸਾਹਿਬ ਦਾ ਅਪਮਾਨ ਕਰ ਰਹੇ ਨੇ ਸਿੱਖ ਅਖਵਾਉਣ ਵਾਲੇ ਆਪ। ਇਸੇ ਤਰ੍ਹਾਂ ਹਜੂਰ ਸਾਹਿਬ ਦੇ ਨਾਲ ਪਟਨਾ ਸਾਹਿਬ ਦੇ ਵਿੱਚ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਵਿਚਿੱਤਰ ਨਾਟਕ ਰੱਖਿਆ ਹੋਇਆ ਹੈ। ਆਹ ਦਮਦਮੀ ਟਕਸਾਲ ਜਿਹੜੇ ਅਖਵਾਉਂਦੇ ਨੇ ਆਪਣੇ ਆਪ ਨੂੰ ਮਹਿਤੇ ਚੌਂਕ ਵਾਲੇ, ਇਹਨਾਂ ਦੇ ਡੇਰਿਆਂ 'ਚ ਵੀ ਅਖੰਡ ਪਾਠ ਹੁੰਦੇ ਨੇ ਬਕਾਇਦਾ ਦਸਮ ਗ੍ਰੰਥ ਦੇ। ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਦੇ ਪੈਸੇ ਘੱਟ ਤੇ ਦਸਮ ਗ੍ਰੰਥ ਦੇ ਅਖੰਡ ਪਾਠ ਦੇ ਪੈਸੇ ਬਹੁਤੇ ਲਏ ਜਾਂਦੇ ਨੇ ਭੇਟਾ। ਇਸੇ ਤਰ੍ਹਾਂ ਹੀ ਨਿਹੰਗਾਂ ਦੀਆਂ ਜਥੇਬੰਦੀਆਂ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਪ੍ਰਮੋਟ ਕਰਦੀਆਂ ਨੇ। ਤੇ ਮੈਂ ਆਪ ਆਪਣੇ ਕੋਲੇ ਵੀਡੀਓ ਰੱਖੀਆਂ ਹੋਈਆਂ ਨੇ ਸਾਰੀਆਂ ਬਣਵਾ ਕੇ। 11, 12, 13 ਨਵੰਬਰ 2006 ਦੇ ਵਿੱਚ ਦਿਆਲਪੁਰਾ ਭਾਈ ਕਾ ਵਿਖੇ ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਅਕਾਲੀ ਦਲ,
ਮਹਿਤਾ ਚੌਂਕ ਵਾਲੇ ਡੇਰੇ, ਨਿਹੰਗ ਜਥੇਬੰਦੀਆਂ ਅਤੇ ਹੋਰ ਪੰਜਾਬ ਤੋਂ ਬਾਹਰਲੇ ਅੰਦਰਲੇ ਸਾਰੇ ਡੇਰੇਦਾਰਾਂ ਨੇ ਦਿਆਲਪੁਰਾ ਭਾਈ ਕਾ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਅਖੰਡ ਪਾਠ ਕੀਤਾ ਹੈ। ਤੇ ਦਸਮ ਗ੍ਰੰਥ ਦੇ ਮੂਹਰੇ ਖਲੋ ਕੇ ਜਿਹੜਾ ਹਰਨਾਮ ਸਿੰਘ ਧੁੰਮਾ ਮਹਿਤੇ ਚੌਂਕ ਦਾ ਮੁਖੀ ਬਣਿਆ ਹੋਇਆ, ਉਹਨੇ ਬਕਾਇਦਾ ਅਰਦਾਸ ਕੀਤੀ ਆ ਦਸਮ ਗ੍ਰੰਥ ਦੇ ਮੂਹਰੇ ਖੜ ਕੇ। ਉਹਨੇ ਹੁਕਮਨਾਮਾ ਵੀ ਲਿਆ ਦਸਮ ਗ੍ਰੰਥ ਦੇ ਵਿੱਚੋਂ, ਤੇ ਉਹਨਾਂ ਨੇ ਜਿਹੜਾ ਦਸਮ ਗ੍ਰੰਥ ਦੇ ਵਿਰੁੱਧ ਮੈਂ ਵੀ ਲਿਖਿਆ ਬੋਲਿਆ ਸੀ, ਜੋਗਿੰਦਰ ਸਿੰਘ ਸਪੋਕਸਮੈਨ ਵਾਲਿਆਂ ਨੇ ਬਹੁਤ ਲਿਖਿਆ ਬੋਲਿਆ ਸੀ ਦਸਮ ਗ੍ਰੰਥ ਦੇ ਵਿਰੁੱਧ। ਇਹਨਾਂ ਨੇ ਸਾਨੂੰ ਵੀ ਬੇਅੰਤ ਭੱਦੀ ਸ਼ਬਦਾਵਲੀ ਦੇ ਵਿੱਚ ਸਟੇਜਾਂ ਦੇ ਉੱਤੇ ਜਾ ਕੇ ਇੰਨੇ ਇਕੱਠਾਂ ਦੇ ਵਿੱਚ ਅਪਮਾਨ ਕਰਨ ਦਾ ਯਤਨ ਕੀਤਾ। ਤੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਜਥੇਦਾਰ ਉੱਥੇ ਚੌਂਕੜੇ ਮਾਰੀ ਬੈਠੇ ਸੀ। ਅੱਜ ਉਹਨਾਂ ਦਾ ਇਹਨਾਂ ਮੰਦੀਆਂ ਕਰਤੂਤਾਂ ਦੇ ਕਾਰਨ ਅੱਜ ਸਾਰੀ ਜਗਤ ਦੇ ਵਿੱਚ ਇਹਨਾਂ ਦਾ ਜਲੂਸ ਨਿਕਲ ਚੁੱਕਿਆ ਹੋਇਆ ਹੈ, ਸ਼੍ਰੋਮਣੀ ਕਮੇਟੀ ਦਾ ਅਤੇ ਅਕਾਲੀ ਦਲ ਦਾ। ਇਸੇ ਤਰ੍ਹਾਂ ਇਹਨਾਂ ਡੇਰਿਆਂ ਦਾ ਵੀ ਜਲੂਸ ਨਿਕਲ ਕੇ ਰਹੇਗਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦਸਮ ਗ੍ਰੰਥ ਦੇ ਪਿੱਛੇ ਆਪ ਲੱਗੇ ਨੇ ਤੇ ਇਹ ਦੁਸ਼ਟ ਕਰਮ ਕਰਨ ਵਾਸਤੇ ਲੋਕਾਂ ਨੂੰ ਵੀ ਇਸ ਪਾਸੇ ਤੋਰ ਰਹੇ ਨੇ। ਤਾਂ ਤੁਸੀਂ ਇੱਕ ਪਾਸਾ ਕਹਿ ਰਹੇ ਆ ਕਿ ਜਿਹੜੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਉਹ ਦੁਸ਼ਟ ਲੋਕ ਆ ਜਾਂ ਫਿਰ ਉਹਨੂੰ ਮੰਨਣਾ ਨਹੀਂ ਚਾਹੀਦਾ। ਤੁਸੀਂ ਦੂਜੇ ਪਾਸਾ ਹਜੂਰ ਸਾਹਿਬ ਲਾ ਰਹੇ ਹੋ, ਪਟਨਾ ਸਾਹਿਬ ਲਾ ਰਹੇ ਹੋ। ਉਸ ਧਰਤੀ ਦਾ ਕੀ ਇਤਿਹਾਸ ਆ ਫਿਰ ਜਿਹਨੂੰ ਤੁਸੀਂ ਵੀ ਸਾਹਿਬ ਕਹਿ ਕਾ ਪੁਕਾਰ ਰਹੇ ਹੋ? ਇਸ ਦਾ ਮਤਲਬ ਤਾਂ ਜੋ ਹੈ ਵੀ ਉਹ ਧਰਤੀ ਕਿਤੇ ਨਾ ਕਿਤੇ ਸਤਿਕਾਰਯੋਗ ਆ। ਗੁਰੂ ਸਾਹਿਬ ਨਾਲ ਕੀ ਸੰਬੰਧ ਆ ਫਿਰ ਉਸ ਧਰਤੀ? ਉੱਥੇ ਜੀ ਅੰਤਮ ਸਮੇਂ 'ਚ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਗਏ ਨੇ, ਤਾਂ ਕਰਕੇ ਉਹਦਾ ਨਾਮ ਆਪਾਂ, ਕਿਉਂਕਿ ਉੱਥੇ ਗੁਰਦੁਆਰਾ ਹੈ ਜਿਹੜਾ, ਉਹਨੂੰ ਆਪਾਂ ਸਤਿਕਾਰ ਦੇ ਨਾਲ ਸਾਰਿਆਂ ਥਾਵਾਂ 'ਤੇ ਸਾਹਿਬ ਕਹਿ ਕੇ ਬੁਲਾਉਂਦੇ ਹਾਂ। ਅਸਲ 'ਚ ਗੁਰੂ ਸਾਹਿਬ ਨਾਲ ਸੰਬੰਧਿਤ ਜਿਹੜੀ ਵੀ ਚੀਜ਼ ਹੈ ਉਹਨੂੰ ਆਪਾਂ ਸਾਹਿਬ ਕਹਿ ਦਿੰਦੇ ਹਾਂ। ਇਹ ਤਾਂ ਮੈਂ ਆਪਣੀਆਂ ਕਿਤਾਬਾਂ 'ਚ ਜਾਂ ਬੋਲ ਕੇ ਵੀ ਬਹੁਤ ਪਾਇਆ ਹੋਇਆ ਕਿ ਅਸੀਂ ਗੁਰਦੁਆਰਿਆਂ ਦੇ ਨਾਮ ਵੀ ਵਧੀਆ ਨਹੀਂ ਰੱਖ ਸਕੇ। ਵਧੀਆ ਨਾਮ ਰੱਖਣ ਵਾਸਤੇ ਵੀ ਨਵੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ। ਇੱਥੋਂ ਤੱਕ ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਕਿਤਾਬ ਦੇ ਵਿੱਚ ਇੱਥੋਂ ਤੱਕ ਲਿਖਿਆ ਹੋਇਆ, ਕਹਿੰਦਾ ਨਨਕਾਣਾ ਸਾਹਿਬ ਦੇ ਨੇੜੇ ਇੱਕ ਗੁਰਦੁਆਰਾ ਬਣ ਰਿਹਾ ਸੀ, ਇਹ 47 ਤੋਂ ਪਹਿਲਾਂ ਦੀ ਗੱਲ ਹੈ। ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਨੇ ਸਾਡੇ ਕੋਲੇ ਖਬਰ ਪਹੁੰਚੀ ਕਿ ਗੁਰਦੁਆਰੇ ਦਾ ਨਾਮ ਰੱਖਿਆ ਗਿਆ ਟਾਂਗੂ ਸਾਹਿਬ, ਤੇ ਕਹਿੰਦਾ ਸਾਡੇ ਕੋਲੇ ਸ਼ਿਕਾਇਤ ਪਹੁੰਚ ਗਈ। ਕੁਝ ਬੰਦਿਆਂ ਨੇ ਆਖਿਆ ਦੇਖੋ ਜੀ ਉਹ ਟਾਂਗੂ ਸਾਹਿਬ ਗੁਰਦੁਆਰੇ ਦਾ ਨਾਮ ਹੈ, ਤੇ ਅਸੀਂ ਜਾ ਕੇ ਪਤਾ ਕੀਤਾ ਪ੍ਰਬੰਧਕਾਂ ਤੋਂ ਵੀ ਤੁਸੀਂ ਇਹਦਾ ਨਾਮ ਟਾਂਗੂ ਸਾਹਿਬ ਕਿਉਂ ਰੱਖਿਆ? ਕਹਿੰਦਾ ਉਹ ਕਹਿਣ ਲੱਗੇ ਅਸਲ ਜੀ ਗੁਰੂ ਨਾਨਕ ਸਾਹਿਬ ਜਦੋਂ ਮੱਝੀਆਂ ਚਾਰਦੇ ਹੁੰਦੇ ਸੀ, ਨਿਗਰਾਨੀ ਕਰਨ ਵਾਸਤੇ ਆਪਣੇ ਪਸ਼ੂਆਂ ਤੇ ਇਹ ਰੁੱਖ ਤੇ ਚੜ੍ਹ ਕੇ ਬਹਿ ਜਾਂਦੇ ਸੀ। ਇਹ ਰੁੱਖ ਤੇ ਚੜ੍ਹੇ ਹੋਏ ਬੰਦੇ ਨੂੰ ਟੰਗਿਆ ਹੋਇਆ, ਉੱਚੇ ਥਾਂ ਤੇ ਬੈਠਾ ਹੋਇਆ, ਮਨਾ ਪਾਇਆ ਹੋਇਆ, ਇਹ ਉਹਨੂੰ ਟੰਗਿਆ ਹੋਇਆ ਕਹਿੰਦੇ ਨੇ। ਅਸੀਂ ਗੁਰਦੁਆਰੇ ਦਾ ਨਾਮ ਟਾਂਗੂ ਸਾਹਿਬ ਰੱਖ ਲਿਆ। ਕਹਿੰਦਾ ਅਸੀਂ ਫਿਰ ਉਹਨਾਂ ਨੂੰ ਲਾਹਣਤਾਂ ਪਾਈਆਂ ਕਿ ਕੋਈ ਸੋਹਣਾ ਨਾਮ ਰੱਖ ਲਓ, ਇਹ ਕੋਈ ਨਾਮ ਰੱਖਣ ਵਾਲਾ ਹੈ। ਕਹਿੰਦਾ ਤਾਂ ਅਸੀਂ ਨਾਮ ਬਦਲਾਇਆ। ਉਹ ਤਾਂ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਕੋਈ ਸਿਆਣੇ ਬੰਦੇ ਹੈਗੇ ਸੀ ਤੇ ਉਹਨਾਂ ਨੇ ਨਾਮ ਬਦਲਵਾ ਦਿੱਤਾ, ਨਹੀਂ ਤਾਂ ਅੱਜ ਤੱਕ ਗੁਰਦੁਆਰਿਆਂ ਦੇ ਨਾਮ ਵੀ ਅਪਮਾਨਜਨਕ ਬਹੁਤ ਥਾਵਾਂ ਤੇ ਤਿੱਤਰਸਰ, ਬਟੇਰਾ ਸਾਹਿਬ ਤੇ ਹੋਰ ਬੜੇ ਤਰ੍ਹਾਂ ਦੇ ਅਪਮਾਨਜਨਕ ਨਾਮ ਅੱਜ ਤੱਕ ਪਏ ਨੇ। ਉਹ ਜੇ ਸ਼ਹਿਰਾਂ ਦੇ ਨਾਮ ਵੀ ਹੋ ਗਏ ਜਾਂ ਗੁਰਦੁਆਰਿਆਂ ਦੇ ਨਾਮ ਹੋ ਗਏ, ਹਜੂਰ ਸਾਹਿਬ ਤੇ ਪਟਨਾ ਸਾਹਿਬ ਮੈਂ ਉਂਝ ਆਪਣੀਆਂ ਕਿਤਾਬਾਂ 'ਚ ਜ਼ਿਕਰ ਕੀਤਾ ਹੋਇਆ। ਫਿਰ ਦਿੱਲੀ ਸਾਹਿਬ ਕਿਉਂ ਨਹੀਂ ਹੈ? ਕਿਉਂਕਿ ਦਿੱਲੀ ਸਾਹਿਬ ਉੱਥੇ ਵੀ ਗੁਰਦੁਆਰਾ ਹੈਗਾ ਬਹੁਤ ਵੱਡੇ ਵੱਡੇ। ਤੇ ਆਗਰਾ ਸਾਹਿਬ ਕਿਉਂ ਨਹੀਂ ਹੈ? ਤੇ ਇਸ ਤਰ੍ਹਾਂ ਸਾਹਿਬ ਜੇ ਲਾਉਣ ਲੱਗੇ ਆ ਤਾਂ ਕਿਹਦੇ ਨਾਲ ਲਾਵਾਂਗੇ? ਗੱਲ ਇਹ ਹੈ ਕੁਝ ਗੱਲਾਂ ਪ੍ਰਚਲਿਤ ਹੋ ਗਈਆਂ ਨੇ। ਆਪਾਂ ਕੋਸ਼ਿਸ਼ ਕਰੀਏ ਸਾਹਿਬ ਸ਼ਬਦ ਹੈ ਜਿਹੜਾ ਗੁਰੂ ਨਾਲ ਵਰਤਿਆ ਲਾਇਆ ਜਾਵੇ, ਗੁਰਬਾਣੀ ਨਾਲ ਲਾਇਆ ਜਾਵੇ। ਤੇ ਆ ਜਿਹੜਾ ਟਕੇ ਦੇ ਬੰਦੇ ਨੇ ਅੱਜ ਤਾਂ ਉਹ ਵੀ ਆਪਣੇ ਆਪ ਨਾਲ ਸਾਹਿਬ ਲਾਈ ਫਿਰਦੇ ਨੇ। ਭਾਈ ਸ਼ਬਦ ਸਾਨੂੰ ਭੁੱਲ ਗਿਆ। ਪੰਜ ਪਿਆਰੇ ਭਾਈ, ਤਾਰੂ ਸਿੰਘ ਭਾਈ, ਮਨੀ ਸਿੰਘ ਭਾਈ, ਤੇ ਇਸ ਤਰ੍ਹਾਂ ਬੇਅੰਤ ਬਹਾਦਰ ਅਤੇ ਪਰਉਪਕਾਰੀ ਸਿੱਖ ਗੁਰਦਾਸ ਭਾਈ। ਤੇ ਅੱਜ ਸਾਡਾ ਜਿਹੜਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਕਿਸੇ ਡੇਰੇ ਵੱਲੋਂ ਥਾਪ ਦਿੱਤਾ ਜਾਂਦਾ, ਉਹ ਆਪਣੇ ਆਪ ਨੂੰ ਭਾਈ ਨਹੀਂ ਅਖਵਾਉਂਦਾ, ਉਹ ਸਿੰਘ ਸਾਹਿਬ ਅਖਵਾਉਂਦਾ ਆਪਣੇ ਆਪ ਨੂੰ। ਤੇ ਕਈ ਤਾਂ ਸ੍ਰੀ ਸਿੰਘ ਸਾਹਿਬ ਵੀ ਲਾ ਕੇ ਬਹਿ ਜਾਂਦੇ ਨੇ। ਇਹ ਬਹੁਤ ਦੁਖਦਾਈ ਪੱਖ ਹੈ, ਬੜਾ ਕੁਝ ਸੁਧਾਰ ਕਰਨ ਵਾਲਾ ਹੈ। ਪਰ ਇਹ ਸੁਧਾਰ ਹਾਲ ਦੀ ਘੜੀ ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤਾ, ਜਿਹਦੇ ਨਾਲ ਪੰਥ ਦਾ ਬਹੁਤ ਨੁਕਸਾਨ ਹੋ ਗਿਆ। ਉਹਨਾਂ ਥਾਵਾਂ ਨੂੰ ਅਸੀਂ ਤਾਂ ਸਤਿਕਾਰ ਦੇ ਨਾਲ ਨਾਮ ਲੈਂਦੇ ਹਾਂ ਕਿਉਂਕਿ ਉੱਥੇ ਗੁਰੂ ਸਾਹਿਬ ਕੁਝ ਸਮਾਂ ਰਹੇ ਸੀ। ਇੱਧਰ ਪਟਨਾ ਵਿਖੇ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਸੀ ਤਾਂ ਉਹਨੂੰ ਪਟਨਾ ਸਾਹਿਬ ਕਹਿ ਦਿੰਦੇ ਆ। ਇਹ ਤਾਂ ਸਾਡੇ ਹਾਲਤ ਇਹ ਨਿਗਰੀ ਹੈ। ਉੱਥੇ ਤਾਂ ਪਟਨੇ ਦੇ ਵਿੱਚ ਮੈਂ ਆਪ ਦੇਖ ਕੇ ਆਇਆ ਤੇ ਗੁਰਦੁਆਰਾ ਇੱਕ ਗਊ ਘਾਟ ਸਾਹਿਬ ਵੀ ਬਣਿਆ ਹੋਇਆ ਹੈ, ਭਾਵ ਕਿ ਇੱਥੇ ਇੱਕ ਗਊ ਪਾਣੀ ਪੀ ਕੇ ਗੰਗਾ 'ਚੋਂ ਤੇ ਉਹ ਫਿਰ ਆ ਕੇ ਇਸ਼ਨਾਨ ਕਰਾਉਂਦੀ ਸੀ ਤੇ ਉਹ ਗੁਰਦੁਆਰੇ ਦਾ ਮੂੰਹ 'ਚੋਂ ਕੱਢਦੀ ਸੀ ਪਾਣੀ। ਮੈਂ ਤਾਂ ਸਵਾਲ ਕੀਤੇ ਉੱਥੋਂ ਦੇ ਗਾਈਡ ਨੂੰ
ਕਿ ਜੇ ਇੱਥੇ ਇਸ਼ਨਾਨ ਕਰਾਉਂਦੀ ਸੀ ਉਹ ਗਊ ਪਾਣੀ ਉੱਥੋਂ ਲਿਆ ਕੇ ਪਾਣੀ ਪੀ ਕੇ ਆ ਜਾਂਦੀ ਸੀ। ਕਹਿਣ ਲੱਗਿਆ ਹਾਂ, ਫਿਰ ਪਾਣੀ ਉਲਟਾ ਕੱਢਦੀ ਸੀ, ਉਹ ਵੀ ਉਲਟੀ ਹੋ ਗਈ। ਕਿ ਪਿਸ਼ਾਬ ਕਰਦੀ ਸੀ ਉੱਤੇ ਸਾਧਾਂ ਦੇ, ਉਹ ਨਾਲ ਦੀ ਨਾਲ ਉਹ ਭੱਜ ਗਿਆ ਜਿਹੜਾ ਗਾਈਡ ਸੀ, ਕਹਿੰਦਾ ਜੀ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਤੇ ਇਹ ਤਾਂ ਇਹੋ ਜਿਹੀਆਂ ਗੱਲਾਂ ਗੁਰਦੁਆਰਿਆਂ 'ਚ ਹੋ ਰਹੀਆਂ ਨੇ, ਇਹਦੇ ਤੋਂ ਸਾਵਧਾਨ ਹੋਣ ਦੀ ਲੋੜ ਹੈ। ਜੇ ਆਪਾਂ ਗੁਰਬਾਣੀ ਪੜ੍ਹਾਂਗੇ ਤਾਂ ਇਹਨਾਂ ਪਖੰਡਾਂ ਤੋਂ, ਵਹਿਮਾਂ ਤੋਂ, ਅਗਿਆਨਤਾ ਤੋਂ ਆਪਾਂ ਬਚ ਜਾਵਾਂਗੇ। ਆਪਾਂ ਕੇਵਲ ਗੁਰਬਾਣੀ ਨੂੰ ਮੰਨਣ ਵਾਲੇ ਆ, ਉਹਦੇ ਅਨੁਸਾਰ ਜੀਵਨ ਜਿਉਣ ਵਾਲੇ ਆ, ਨਾ ਕਿ ਅਸੀਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਨਮਸਕਾਰਾਂ ਕਰੀ ਜਾਈਏ, ਨੱਕ ਰਗੜੀ ਜਾਈਏ, ਕੁਰਾਹੇ ਪਈ ਜਾਈਏ, ਗੁਰੂ ਸਾਹਿਬ ਦਾ ਆਪ ਹੀ ਸਿੱਖ ਅਖਵਾਉਣ ਵਾਲੇ ਅਪਮਾਨ ਕਰੀ ਜਾਈਏ। ਇਹ ਤੇ ਡੁੱਬ ਮਰਨ ਵਾਲੀ ਗੱਲ ਹੈ। ਅਗਿਆਨਤਾ ਦੀ ਸਿੱਖ ਰਹੇ ਸਾਡੇ ਵਾਸਤੇ। ਤਾਂ ਪ੍ਰੋਫੈਸਰ ਸਾਹਿਬ, ਜਿਹੜਾ ਪਟਨਾ ਸਾਹਿਬ ਦੀ ਗੱਲ ਕਰ ਰਹੇ ਤੇ ਅਸੀਂ, ਪਟਨਾ ਸਾਹਿਬ ਤੁਸੀਂ ਕਿਹਾ ਵੀ ਉੱਥੇ ਉਹਨਾਂ ਦਾ ਜਨਮ ਹੋਇਆ, ਗੁਰੂ ਸਾਹਿਬ ਦਾ ਤਾਂ ਆਪਾਂ ਸਾਹਿਬ ਲਾਈ ਆ। ਤੁਸੀਂ ਪਟਨਾ ਸਾਹਿਬ ਗੁਰਦੁਆਰੇ ਕੇ ਵੀ ਇੱਕ ਵਾਰ ਥੋਂ ਮੈਂ ਦੇਖਿਆ ਵੀਡੀਓ ਦੇ ਵਿੱਚ ਵੀ ਥਾਰਾ ਸੁਣਿਆ ਔਰ ਕਿਤਾਬਾਂ ਵਿੱਚ ਵੀ ਪੜ੍ਹਿਆ ਕਿ ਤੁਸੀਂ ਵਿਰੋਧ ਕਰ ਰਹੇ ਆ ਵੀ ਜਿਹੜਾ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਆ ਵੀ ਉਹ ਇਤਿਹਾਸਕ ਨਹੀਂ ਹੈਗਾ। ਤੁਸੀਂ ਕਿਸ ਬੇਸ ਪਾਈ ਜੋ ਮਤਲਬ ਵਿਰੋਧ ਕਰੋਗੇ ਫਿਰ? ਉਹਦਾ ਕਾਰਨ ਇਹ ਹੈ ਜੀ, ਉਦੋਂ ਗੁਰੂ ਗੋਬਿੰਦ ਸਿੰਘ ਜੀ ਹਸਾਲੇ ਸਾਡੇ ਗੁਰੂ ਨਹੀਂ ਸੀ ਬਣੇ, ਉਹ ਇੱਕ ਸਾਹਿਬਜ਼ਾਦੇ ਸੀ। ਤੇ ਉਹਨਾਂ ਨੂੰ ਬਾਅਦ ਦੇ ਵਿੱਚ ਗੁਰਤਾ ਗੱਦੀ 9-10 ਸਾਲ ਦੀ ਉਮਰ ਜਾ ਕੇ ਮਿਲੀ ਹੈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਨੇ। ਤੇ ਮੈਂ ਤਾਂ ਕਹਿਣਾ ਵੀ ਜੇ ਇਸ ਤਰ੍ਹਾਂ ਤਾਂ ਬਣਾਉਣ ਲੱਗੋਗੇ ਤਾਂ ਫਿਰ ਕਿੰਨੇ ਹੋਰ ਬਣੀ ਜਾ ਰਹੇ ਨੇ। ਫਿਰ ਤਾਂ ਇਹ ਵੀ ਬਣਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਮਾਤਾ ਸਮੇਤ ਉਧਰੋਂ ਜਦੋਂ ਚੱਲ ਕੇ ਆਏ ਨੇ, ਜਿੱਥੇ ਜਿੱਥੇ ਰੁਕੇ ਨੇ ਉੱਥੇ ਹੀ ਗੁਰਦੁਆਰਾ ਇੰਨੇ ਗੁਰਦੁਆਰੇ ਬਣਾ ਦਿੱਤੇ ਨੇ। ਗੁਰਦੁਆਰਿਆਂ ਦੇ ਨਾਮ ਵੀ ਧਰਨੇ ਭੁੱਲ ਗਏ। ਉੱਥੇ ਤਾਂ ਜਿਵੇਂ ਆਪਾਂ ਕਹਿੰਦੇ ਆ ਭੱਠਾ ਸਾਹਿਬ ਗੁਰਦੁਆਰਾ, ਪੌੜ ਸਾਹਿਬ ਗੁਰਦੁਆਰਾ, ਦਾਤਣ ਸਾਹਿਬ, ਨਿੰਮ ਸਾਹਿਬ, ਟਾਹਲੀ ਸਾਹਿਬ, ਤੇ ਹੋਰ ਤਾਂ ਹੋਰ 2 ਗੁਰਦੁਆਰੇ ਇੱਕ ਫਰੀਦਕੋਟ ਦੇ ਲਾਗੇ ਆ। ਮੈਂ ਪਿਛਲੇ ਸਮੇਂ 'ਚ ਆਪਣੀ ਫੇਸਬੁੱਕ ਪੇਜ 'ਤੇ ਵੀ ਪਾਇਆ ਸੀ। ਤੇ ਇੱਕ ਹਰਿਆਣੇ ਦੇ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ ਵਿੱਚ ਹੈ 2 ਗੁਰਦੁਆਰੇ ਜੋੜਾ ਸਾਹਿਬ ਦੇ ਨਾਮ 'ਤੇ ਬਣੇ ਹੋਏ ਨੇ, ਜਾਣੀ ਕਿ ਜੁੱਤੀ ਦੇ ਨਾਮ 'ਤੇ ਗੁਰਦੁਆਰੇ ਬਣੇ ਹੋਏ ਨੇ। ਡੁੱਬ ਮਰਨ ਵਾਲੀ ਗੱਲ ਨਹੀਂ ਤੇ ਹੋਰ ਕੀ ਹੈ ਵੀ ਜੁੱਤੀਆਂ ਦੇ ਨਾਮ 'ਤੇ ਗੁਰਦੁਆਰੇ ਹੁੰਦੇ ਨੇ। ਤੇ ਇਸ ਤਰ੍ਹਾਂ ਬਹੁਤ ਸਾਰੇ ਨਾਮ ਹੈ ਜਿਹੜੇ ਅਪਮਾਨਜਨਕ ਚੱਲ ਰਹੇ ਨੇ। ਸਾਡੀ ਸ਼੍ਰੋਮਣੀ ਕਮੇਟੀ ਨੇ ਇਹ ਕਦੇ ਵੀ ਇੱਧਰਲੇ ਪਾਸੇ ਧਿਆਨ ਨਹੀਂ ਦਿੱਤਾ। ਉਹ ਆਪ ਤਾਂ ਡੁੱਬੀ ਸੀ, ਮਰੀ ਸੀ, ਉਹਨੇ ਪੰਥ ਦਾ ਵੀ ਬਹੁਤ ਨੁਕਸਾਨ ਕਰ ਦਿੱਤਾ। ਲੋਕਾਂ ਨੂੰ ਅਕਲ ਦੇਣ ਦਾ, ਗਿਆਨ ਦੇਣ ਦਾ, ਵਿੱਦਿਆ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਹੀ ਨਹੀਂ ਕੀਤਾ। ਸੋ ਬਹੁਤ ਕੁਝ ਤਬਦੀਲ ਕਰਨ ਵਾਲਾ ਹੈ। ਪਟਨੇ ਵਾਲੀ ਵੀ ਜਿਹੜੀ ਗੱਲ ਹੈ, ਹੋਰ ਵੀ ਬਹੁਤ ਗੁਰਦੁਆਰੇ ਨੇ ਜਿਹੜੇ ਕਿ ਗੁਰੂ ਸਾਹਿਬ ਉੱਥੇ ਜਦੋਂ ਜਨਮੇ ਨੇ ਤਾਂ ਉਦੋਂ ਉਹ ਗੁਰੂ ਨਹੀਂ ਸੀ। ਇਸ ਕਰਕੇ ਮੈਂ ਇਹ ਦਲੀਲ ਦਿੱਤੀ ਸੀ ਵੀ ਉਹ ਇੱਕ ਸਾਹਿਬਜ਼ਾਦੇ ਸੀ। ਤੇ ਜੇ ਤਾਂ ਇਉਂ ਗੁਰਦੁਆਰੇ ਬਣਾਉਣ ਲੱਗੇ ਫਿਰ ਤਾਂ ਹਰੇਕ ਦੇ ਨਾਮ 'ਤੇ ਦੇ ਗੁਰਦੁਆਰਾ ਤੇ ਲੈ ਗੁਰਦੁਆਰਾ। ਸਾਨੂੰ ਅਕਲ ਦਾ ਖਾਨਾ ਹੋ ਗਿਆ ਬੰਦ। ਇੱਥੇ ਮੱਥਾ ਟੇਕ ਲਿਆ, ਉੱਥੇ ਮੱਥਾ ਟੇਕ ਲਿਆ, ਤੇ ਲਗਾਤਾਰ ਮੱਥੇ ਟੇਕਦੇ ਸਾਡੇ ਤਾਂ ਲੱਕ ਦੂਰੇ ਹੋ ਗਏ। ਸਾਨੂੰ ਤਾਂ ਸਿੱਧਾ ਵੀ ਨਹੀਂ ਹੋਣਾ ਮਿਲਦਾ। ਇੰਨੇ ਗੁਰਦੁਆਰੇ ਬਣ ਗਏ, ਕਿੱਥੇ ਕਿੱਥੇ ਮੱਥਾ ਟੇਕੀ ਜਾਈਏ, ਕਿੱਥੇ ਕਿੱਥੇ ਆਪਣੇ ਬੋਝੇ ਖਾਲੀ ਕਰਵਾ ਲਈਏ, ਪਰ ਕਿਸੇ ਗੁਰਦੁਆਰੇ 'ਚੋਂ ਅਕਲ ਸਾਨੂੰ ਨਹੀਂ ਮਿਲ ਰਹੀ। ਤੁਸੀਂ ਕਹਿ ਰਹੇ ਹੋ ਗੁਰਦੁਆਰੇ 'ਚੋਂ ਅਕਲ ਨਹੀਂ ਮਿਲ ਰਹੀ, ਪਰ ਗੁਰਦੁਆਰਾ ਸਾਹਿਬਾਨਾਂ ਨੂੰ ਜਦੋਂ ਆਪਾਂ ਦੇਖਾਂ ਜਾਂ ਫਿਰ ਉੱਥੇ ਜਾਈਏ ਆ, ਇਤਿਹਾਸ ਬਾਰੇ ਪੜ੍ਹੀਏ ਆ, ਤਾਂ ਬਹੁਤ ਸਾਰਾ ਗਿਆਨ ਵੀ ਮਿਲਾ ਵੀ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਬਚਪਨ ਦੇ ਵਿੱਚ ਜੋ ਕੁਛ ਕਰਿਆ। ਤਾਂ ਗੁਰੂ ਸਾਹਿਬਾਨ ਜਦੋਂ ਮਤਲਬ ਜੰਗ ਲੜਨ ਗਏ ਤਾਂ ਇਸ ਤਰ੍ਹਾਂ ਹੋਇਆ, ਜਾਂ ਜਿਹੜੇ ਵੀ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਜਾਂ ਉਸਕੇ ਨਾਲ ਸੰਬੰਧਿਤ ਜਿਹੜੀ ਘਟਨਾ ਹੁਆ ਉਸਕੇ ਇਤਿਹਾਸ ਜੁੜਿਆ ਹੁਆ ਤੁਸੀਂ ਕਹਾਂ ਵੀ ਆਪਾਂ ਨੂੰ ਗਿਆਨ ਨਹੀਂ ਮਿਲਦਾ। ਉੱਥੇ ਜੀ ਕਰਾਮਾਤਾਂ ਜੁੜੀਆਂ ਹੋਈਆਂ ਨੇ। ਇਤਿਹਾਸ ਤਕਰੀਬਨ ਗੁਰਦੁਆਰਿਆਂ ਦੇ ਵਿੱਚ ਨਹੀਂ ਦੱਸਿਆ ਜਾਂਦਾ। ਇੱਥੋਂ ਤੱਕ ਛੋਟੇ ਗੁਰਦੁਆਰਿਆਂ ਦੀ ਤਾਂ ਗੱਲ ਬਾਅਦ ਦੇ ਵਿੱਚ ਆਪਾਂ ਕਰ ਲਵਾਂਗੇ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਥਾ ਹੁੰਦੀ ਹੈ ਸਵੇਰ ਨੂੰ ਸ਼ਾਮ ਨੂੰ, ਉੱਥੇ ਵੀ ਝੂਠੀਆਂ ਕਹਾਣੀਆਂ ਸੂਰਜ ਪ੍ਰਕਾਸ਼ 'ਚੋਂ, ਦਸਮ ਗ੍ਰੰਥ 'ਚੋਂ ਅਤੇ ਹੋਰ ਤਰ੍ਹਾਂ ਦੀਆਂ ਕਿਤਾਬਾਂ 'ਚੋਂ ਲੈ ਕੇ ਝੂਠੀਆਂ ਕਹਾਣੀਆਂ, ਕਰਾਮਾਤੀ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ। ਗੁਰਬਾਣੀ ਦਾ ਵਿਗਿਆਨਕ ਨਜ਼ਰੀਆ ਜਿਹੜਾ ਸਾਨੂੰ ਅਕਲਮੰਦ ਇਨਸਾਨ ਬਣਾਵੇ, ਉਹ ਨਜ਼ਰੀਆ ਸਾਹਮਣੇ ਪੇਸ਼ ਨਹੀਂ ਕੀਤਾ ਜਾਂਦਾ। ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਅਸੀਂ ਯੋਧਿਆਂ ਦੀ ਕੌਮ ਆ, ਅਸੀਂ ਗਿਆਨੀਆਂ ਦੀ ਕੌਮ ਆ, ਅਸੀਂ ਸਿੰਘ ਹੁੰਨੇ ਆ, ਤੇ ਇੱਕ ਪਾਸੇ ਉੱਥੇ ਝੂਠੀਆਂ ਕਹਾਣੀਆਂ ਦਾ ਕੂੜ ਕਬਾੜ ਸਾਡੇ ਦਿਮਾਗ 'ਚ ਰੋਜ਼ਾਨਾ ਪਾਇਆ ਜਾ ਰਿਹਾ ਹੈ। ਜੇ ਸੱਚਮੁੱਚ ਹੀ ਗੁਰਦੁਆਰੇ ਸਿੱਖਿਆ ਦਾ ਕੇਂਦਰ ਹੁੰਦੇ ਤਾਂ ਅੱਜ ਸਾਡੀ ਹਾਲਤ ਇਹ ਨਹੀਂ ਹੋਣੀ ਸੀ। ਤੇ ਸਾਨੂੰ ਤਾਂ ਚਾਹੀਦਾ ਸੀ ਇਹ, ਮੈਂ ਜਦੋਂ ਇਤਿਹਾਸ ਪੜ੍ਹਿਆ, ਇਹਨਾਂ ਗੱਲਾਂ ਬਾਰੇ ਜਾਣਿਆ, ਤਾਂ ਜਿੰਨੇ ਸਾਡੇ ਪੁਰਾਣੇ ਵਿਦਵਾਨ ਹੋਏ ਨੇ ਉਹ ਲਗਭਗ ਗੋਰਿਆਂ ਦੇ ਖੋਲ੍ਹੇ ਸਕੂਲਾਂ ਦੇ ਵਿੱਚੋਂ ਵਿਗਿਆਨਕ ਵਿੱਦਿਆ ਪੜ੍ਹ ਕੇ ਅਕਲਮੰਦ ਬਣੇ ਨੇ। ਸਾਡੇ ਗੁਰਦੁਆਰਿਆਂ 'ਚੋਂ ਉਹਨੂੰ ਵਿੱਦਿਆ ਨਹੀਂ ਮਿਲੀ। ਪ੍ਰੋਫੈਸਰ ਗੁਰਮੁਖ ਸਿੰਘ ਜਿਹਨੂੰ ਪਹਿਲਾ ਪੰਜਾਬ ਦਾ ਅਤੇ ਸਿੱਖਾਂ ਦਾ ਪ੍ਰੋਫੈਸਰ ਗਿਣਿਆ ਜਾਂਦਾ ਹੈ, ਪ੍ਰੋਫੈਸਰ ਗੁਰਮੁਖ ਸਿੰਘ ਵੀ
ਈਸਾਈਆਂ ਦੇ ਸਕੂਲ 'ਚ ਲਾਹੌਰ ਤੋਂ ਪੜ੍ਹਿਆ ਸੀ। ਉਹਨਾਂ ਨੇ ਉਹਨੂੰ BA ਕਰਾਈ ਸੀ ਤੇ ਉਹਨਾਂ ਨੇ ਉੱਥੇ ਪ੍ਰੋਫੈਸਰ ਸਿਲੈਕਟ ਕੀਤਾ ਸੀ। ਤੇ ਸਾਡੇ ਵਾਲੇ ਤਾਂ ਗੁਰਦੁਆਰਿਆਂ ਦੇ ਗ੍ਰੰਥੀ ਭਾਈ ਤੇ ਕੀਰਤਨੀਏ ਬਣਾਉਂਦੇ ਨੇ ਤੇ ਜਾਂ ਫਿਰ ਰੱਟੇ ਲਵਾਉਂਦੇ ਨੇ, ਅੱਖਾਂ ਮੀਟ ਕੇ ਸਿਮਰਨ ਕਰਾਉਂਦੇ ਨੇ। ਇਹ ਗਿਆਨ ਸਾਨੂੰ ਨਹੀਂ ਦਿੰਦੇ। ਇਹਦਾ ਸਾਡੇ ਸਾਹਮਣੇ ਨਤੀਜਾ ਹੈ ਕਿ ਅੱਜ ਸਾਡੀ ਹਾਲਤ ਕਿੰਨੀ ਨਿੱਘਰ ਗਈ ਹੈ। ਸ਼੍ਰੋਮਣੀ ਕਮੇਟੀ ਦੇ ਕਾਲਜ ਫੇਲ ਹੋ ਗਏ ਨੇ, ਸ਼੍ਰੋਮਣੀ ਕਮੇਟੀ ਦੇ ਸਕੂਲ ਚੰਗੀ ਪੜ੍ਹਾਈ ਨਾ ਹੋਣ ਕਰਕੇ ਫੇਲ ਹੋ ਗਏ ਨੇ। ਤੇ ਮੈਂ ਆਉਣ ਵਾਲੇ ਸਮੇਂ ਬਾਰੇ ਵੀ ਕਹਿਣਾ ਚਾਹੁੰਦਾ, ਕਈਆਂ ਨੂੰ ਬੁਰੀ ਲੱਗੇਗੀ ਤੇ ਗੁਰਦੁਆਰਿਆਂ ਦੇ ਵਿੱਚ ਵੀ ਲੋਕਾਂ ਦਾ ਆਉਣਾ ਜਾਣਾ ਘਟੇਗਾ, ਚੜ੍ਹਾਵਾ ਘਟੇਗਾ ਤੇ ਇਹਦੇ ਨਾਲ ਗੁਰਦੁਆਰੇ ਫੇਲ ਹੋਣਗੇ। ਜੇ ਇਹਨਾਂ ਨੂੰ ਇਸੇ ਤਰ੍ਹਾਂ ਪੂਜਾ ਦੇ ਕੇਂਦਰ ਬਣਾਈ ਰੱਖਿਆ ਤਾਂ ਇਹਨਾਂ ਨੂੰ ਸਿੱਖਿਆ ਦੇ ਕੇਂਦਰ ਬਣਾਓ, ਫਿਰ ਤੇ ਗੱਲ ਬਣੇਗੀ। ਇਹ ਪੂਜਾ ਦੇ ਕੇਂਦਰ ਨਹੀਂ ਸੀ, ਇਹ ਕੁਝ ਸਿੱਖਣ ਵਾਸਤੇ, ਵਿੱਦਿਆ ਗਿਆਨ ਲੈਣ ਵਾਸਤੇ, ਗਿਆਨ ਧਰਮ ਦਾ ਵੀ ਅਤੇ ਗਿਆਨ ਅੱਜ ਕੰਮ ਸਿੱਖਣ ਦਾ ਵਿਗਿਆਨਕ ਆਧਾਰ ਦਾ ਗਿਆਨ ਵੀ ਇਹਨਾਂ ਥਾਵਾਂ ਤੇ ਦਿੱਤਾ ਜਾਣਾ ਚਾਹੀਦਾ ਹੈ। ਤੁਸੀਂ ਜੋ ਬਾਤ ਕਹੀ ਹੈ ਵੀ ਗੁਰਦੁਆਰਿਆਂ ਦੇ ਵਿੱਚ ਜਿਹੜੀ ਸਿੱਖਿਆ ਵਿਗਿਆਨਿਕ ਤੌਰ 'ਤੇ ਦੇਣੀ ਚਾਹੀਦੀ ਆ, ਪਰ ਦੂਜੇ ਪਾਸਾ ਤੁਸੀਂ ਕਹਿ ਰਹੇ ਆ ਵੀ ਜਿਨ੍ਹਾਂ ਨੇ ਅੰਗਰੇਜ਼ਾਂ ਕੋਲ ਤੇ ਪੜ੍ਹਿਆ ਵੀ ਉਹ ਜ਼ਿਆਦਾ ਮਹਾਨ ਹੋਈਆਂ, ਫਿਰ ਤੁਸੀਂ ਗੁਰਦੁਆਰਿਆਂ ਦੀ ਸਿੱਖਿਆ ਤੇ ਅੰਗਰੇਜ਼ਾਂ ਨੂੰ ਮਹਾਨ ਕਹਿ ਰਹੇ ਹੋ। ਅੱਜ ਜਿੰਨੀਆਂ ਕਾਢਾਂ ਦੁਨੀਆ 'ਚ ਕੱਢੀਆਂ ਨੇ ਅੰਗਰੇਜ਼ਾਂ ਨੇ ਕੱਢੀਆਂ ਨੇ। ਜੋ ਲੋਕਤੰਤਰ ਰਾਜ ਕਰਨ ਦੇ ਢੰਗ ਤਰੀਕੇ ਸਮਝਾਏ ਨੇ ਉਹ ਅੰਗਰੇਜ਼ਾਂ ਦੇ ਬਣਾਏ ਹੋਏ ਨੇ। ਇੱਥੋਂ ਤੱਕ ਭਾਰਤ ਦੇ ਵਿੱਚ ਜੋ ਕੁਝ ਸ਼ੁਰੂ ਹੋਇਆ, ਭਾਵੇਂ ਵਿਕਾਸ ਬਾਅਦ ਦੇ ਵਿੱਚ ਥੋੜ੍ਹਾ ਥੋੜ੍ਹਾ ਭਾਰਤ ਸਰਕਾਰ ਨੇ ਕੀਤਾ, ਪਰ ਰੇਲਾਂ ਇੱਥੇ ਅੰਗਰੇਜ਼ਾਂ ਨੇ ਕੱਢੀਆਂ, ਡਾਕਖਾਨਾ ਅੰਗਰੇਜ਼ਾਂ ਨੇ ਚਾਲੂ ਕੀਤਾ, ਬੈਂਕਾਂ ਅੰਗਰੇਜ਼ਾਂ ਨੇ ਚਲਾਈਆਂ, ਇੱਥੇ ਫੌਜ ਦੀ ਵਰਦੀ ਤੇ ਡਿਸਪਲਿਨ ਅੰਗਰੇਜ਼ਾਂ ਨੇ ਚਾਲੂ ਕੀਤਾ। ਗੱਲ ਕੀ, ਇੱਥੇ ਸਾਰਾ ਕੁਝ ਪ੍ਰਬੰਧ ਹੈ, ਸਿਸਟਮ ਹੈ ਸਮੇਤ ਹਸਪਤਾਲ ਦੇ, ਵਿੱਦਿਆ ਦੇ, ਇਹ ਸਾਰਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ। ਅਸੀਂ ਤਾਂ ਥੋੜ੍ਹਾ ਥੋੜ੍ਹਾ ਉਹਦੇ ਤੋਂ ਵਿਕਾਸ ਕੀਤਾ, ਅਸੀਂ ਉਹ ਰਾਹ ਹਾਲੇ ਤੱਕ ਪੂਰੀ ਤਰ੍ਹਾਂ ਨਹੀਂ ਅਪਣਾ ਸਕੇ। ਅੱਜ ਵੀ ਜਦੋਂ ਕੋਈ ਇੰਗਲੈਂਡ, ਅਮਰੀਕਾ, ਕੈਨੇਡਾ ਜਾਂਦਾ ਤਾਂ ਉਹਨਾਂ ਵਾਲੀ ਪੜ੍ਹਾਈ ਕਰਕੇ, ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਜਾਂਦਾ। ਇਹ ਸਾਡੇ ਵਾਲੀ ਪੜ੍ਹਾਈ ਨਹੀਂ ਚੱਲਦੀ। ਤੋ ਇਸ ਕਰਕੇ ਉਹਨਾਂ ਨੇ ਜੋ ਕੁਝ ਬਣਾਇਆ ਸੀ ਉਹ ਬੇਅੰਤ ਅੱਗੇ ਵਧੂ ਹੈ ਤੇ ਦੁਨੀਆ ਦੇ ਵਿੱਚ ਉਹਨਾਂ ਦੀ ਬੋਲੀ ਵੀ ਅੱਜ ਇਸੇ ਕਰਕੇ ਮਕਬੂਲ ਹੈ। ਉਹਨਾਂ ਨੇ ਉਹਦੇ ਰਾਹੀਂ ਗਿਆਨ ਦਿੱਤਾ, ਅਕਲ ਦਿੱਤੀ ਹੈ, ਚੰਗੇ ਇਨਸਾਨ ਬਣਨ ਦੇ ਰਾਹ ਦੱਸੇ ਨੇ। ਅਸੀਂ ਤਾਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਵਧੀਆ ਨਹੀਂ ਕਰ ਸਕੇ, ਆਪਣੀ ਸ਼੍ਰੋਮਣੀ ਕਮੇਟੀ ਦਾ ਅਤੇ ਅਕਾਲੀ ਦਲ ਦਾ ਸਿਸਟਮ ਵੀ ਵਧੀਆ ਨਹੀਂ ਕਰ ਸਕੇ ਤੇ ਲੋਕਾਂ ਨੂੰ ਆਪਾਂ ਕੀ ਗਿਆਨ ਦੇਵਾਂਗੇ, ਕੀ ਮਤ ਦੇਵਾਂਗੇ। ਤੇ ਉਹਨਾਂ ਨੇ ਵਿਗਿਆਨਕ ਆਧਾਰ ਜੇ ਅਪਣਾਇਆ ਸੀ, ਲੋਕਾਂ ਨੂੰ ਉਹ ਚੰਗਾ ਲੱਗਿਆ ਤਾਂ ਉਹਨਾਂ ਨੂੰ ਅਪਣਾਇਆ ਤੇ ਉਹ ਲੋਕ ਕਿਤੇ ਦੀ ਕਿਤੇ ਅੱਗੇ ਲੰਘ ਗਏ। ਅਸੀਂ ਕੇਵਲ ਮੱਥੇ ਟੇਕਣ ਜੋਗੇ, ਮਾਲਾ ਫੇਰਨ ਜੋਗੇ ਤੇ ਸੜਕੋ ਸੜਕ ਨਗਰ ਕੀਰਤਨ ਕੱਢਣ ਜੋਗੇ ਰਹਿ ਗਏ। ਗੁਰਪੁਰਬ ਮਨਾਉਣੇ ਆ ਕੇਵਲ ਪੈਸੇ ਇਕੱਠੇ ਕਰਨ ਵਾਸਤੇ, ਰਸਮ ਪੂਰਤੀ ਵਾਸਤੇ, ਉਹਦੇ ਵਿੱਚੋਂ ਸਿੱਖਣ ਨੂੰ ਕੁਝ ਵੀ ਨਹੀਂ ਮਿਲਦਾ। ਅਸੀਂ ਲੰਗਰੀ ਬਣ ਕੇ ਰਹਿ ਗਏ ਹਾਂ। ਥਾਂ ਥਾਂ ਤੇ ਲੰਗਰ ਤਾਂ ਬਹੁਤ ਲਾਏ ਜਾਂਦੇ ਨੇ ਪਰ ਵਿੱਦਿਆ ਦਾ ਲੰਗਰ ਸਾਨੂੰ ਕਿਤੇ ਢੂੰਡਿਆ ਨਹੀਂ ਲੱਭਦਾ ਹੈ। ਤੁਸੀਂ ਕਿਹੜੇ ਗਿਆਨ ਕੀ ਬਾਤ ਕਰ ਰਹੇ ਹੋ? ਕਿਹੜਾ ਗਿਆਨ ਆ ਜਿਹੜਾ ਫਿਰ ਤੁਸੀਂ ਕਹੋ ਵੀ ਗੁਰਦੁਆਰਿਆਂ ਦੇ ਵਿੱਚ ਮਿਲਣਾ ਚਾਹੀਦਾ, ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਿਲ ਨਹੀਂ ਰਿਹਾ ਔਰ ਮਿਲਣਾ ਚਾਹੀਦਾ, ਕਿਸ ਤਰ੍ਹਾਂ ਦਾ ਗਿਆਨ ਚਾਹੋ? ਚੰਗੇ ਇਨਸਾਨ ਬਣਨ ਦਾ ਗਿਆਨ, ਸਾਨੂੰ ਪੈਰਾਂ ਤੇ ਖੜੇ ਹੋਣ ਦਾ ਗਿਆਨ, ਚੰਗੇ ਰਾਜਨੀਤੀਵਾਨ ਬਣਨ ਦਾ ਗਿਆਨ, ਚੰਗੇ ਟੀਚਰ ਬਣਨ ਦਾ ਗਿਆਨ ਜਿਹੜੇ ਕਿ ਲੋਕਾਂ ਨੂੰ ਚੰਗੀ ਵਿੱਦਿਆ ਦੇ ਸਕਣ, ਚੰਗੇ ਡਾਕਟਰ, ਚੰਗੇ ਵਕੀਲ, ਇਹ ਬਹੁਤ ਕੁਝ ਹੈ ਜਿਹੜਾ ਕੁਛ ਗੁਰਦੁਆਰਿਆਂ ਦੇ ਨਾਲ ਸਕੂਲ ਹੋਣ, ਕਾਲਜ ਹੋਣ, ਯੂਨੀਵਰਸਿਟੀਆਂ ਹੋਣ। ਜਿਹੜੇ ਅੱਜ ਸਾਡੇ ਬੱਚੇ 20-20, 30-30 ਲੱਖ ਰੁਪਈਆ ਲਾ ਕੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਪਹਿਲੀ ਗੱਲ ਤਾਂ ਭਾਰਤ ਦੇਸ਼ ਦਾ ਪੈਸਾ ਉੱਜੜ ਰਿਹਾ ਹੈ। ਇੱਥੇ ਸਭ ਕੁਝ ਵੇਚ ਕੇ ਵੱਟ ਕੇ ਉਸ ਪੈਸੇ ਨਾਲ ਪਾਉਂਡ ਜਾਂ ਡਾਲਰ ਪਹਿਲਾਂ ਖਰੀਦਣੇ ਪੈਂਦੇ ਨੇ। ਉਹ ਡਾਲਰ ਪਾਉਂਡ ਫਿਰ ਉਹਨਾਂ ਬੈਂਕਾਂ 'ਚ ਜਿਹੜੇ ਦੇਸ਼ 'ਚ ਜਾਣਾ ਉਹਨਾਂ 'ਚ ਜਮ੍ਹਾਂ ਕਰਾਉਣੇ ਪੈਂਦੇ ਨੇ। ਸਾਡਾ ਦੇਸ਼ ਇਹਦੇ ਨਾਲ ਸਭ ਕੁਝ ਵਿਕ ਕੇ ਭੁੱਖਾ ਨੰਗਾ ਹੋ ਰਿਹਾ ਹੈ। ਇੱਕ ਤਾਂ ਸਾਡਾ ਪੈਸਾ ਉਹਨਾਂ ਕੋਲੇ ਜਾ ਰਿਹਾ, ਦੂਜਾ ਸਾਡੇ ਕਮਾਊ ਬੱਚੇ ਉਹਨਾਂ ਕੋਲੇ ਜਾ ਰਹੇ ਨੇ। ਜੇ ਉੱਥੇ ਵਿਕਾਸ ਹੋਊਗਾ ਤਾਂ ਉਹਨਾਂ ਦੇ ਦੇਸ਼ਾਂ ਦਾ ਹੋਊਗਾ। ਜੇ ਉਹਨਾਂ ਵਿਦਿਆਰਥੀਆਂ ਬੱਚਿਆਂ ਵਾਸਤੇ ਇੱਥੇ ਚੰਗੇ ਸਕੂਲ, ਚੰਗੇ ਕਾਲਜ, ਚੰਗੀ ਵਿੱਦਿਆ, ਪੈਰਾਂ ਤੇ ਖੜੇ ਹੋਣ ਦਾ ਵਿਗਿਆਨਕ ਢੰਗ, ਉਹ ਸਾਰਾ ਕੁਝ ਸਿਖਾਇਆ ਜਾਵੇ ਤਾਂ ਉਹ ਨੌਜਵਾਨ ਇੱਥੇ ਰਹਿ ਕੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ। ਨਾਲੇ ਸਾਡਾ ਬਾਹਰ ਜਾਣੋਂ ਪੈਸਾ ਬਚ ਜਾਵੇ। ਘੱਟੋ ਘੱਟ ਪੰਜਾਬ ਤਾਂ ਭਾਰਤ ਦਾ ਨੰਬਰ 1 ਸੂਬਾ ਬਣ ਜਾਵੇ
ਤੇ ਇੱਥੇ ਲੋਕੀ ਖੜੇ ਹੋ ਕੇ ਦੇਖਣ ਕਿ ਇਹ ਪੰਜਾਬ ਇੰਨਾ ਸੋਹਣਾ ਤੇ ਇੰਨਾ ਅਮੀਰ ਕਿਵੇਂ ਬਣ ਗਿਆ। ਪਰ ਸਾਡੀਆਂ ਕਮੇਟੀਆਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਤਾਂ ਕੋਈ ਵਕੀਲਾਂ ਦੀ ਕਮੇਟੀ ਵੀ ਨਹੀਂ ਬਣਾਈ ਜਿਹੜਾ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੇ ਪੇਪਰ ਤਿਆਰ ਕਰ ਸਕੇ, ਉਹਨਾਂ ਨੂੰ ਚੰਗੀ ਸਲਾਹ ਦੇ ਸਕੇ, ਉਹਨਾਂ ਦੀਆਂ ਕਾਨੂੰਨੀ ਲੋੜਾਂ ਪੂਰੀਆਂ ਕਰ ਸਕੇ, ਘੱਟ ਫੀਸ ਦੇ ਨਾਲ ਉਹਨਾਂ ਨੂੰ ਬਾਹਰ ਜਾਣਾ ਹੀ ਹੈ ਜੇ ਤਾਂ ਤਰੀਕੇ ਦੱਸ ਸਕੇ। ਇੱਥੇ ਪੰਜਾਬ ਵਿੱਚ ਲੁੱਟ ਮਚੀ ਹੈ, ਧੋਖੇਬਾਜ਼ ਇੱਥੇ ਟਰੈਵਲ ਏਜੰਟ ਥਾਂ ਥਾਂ ਤੇ ਬੈਠੇ ਨੇ, ਸਾਡੇ ਬੱਚੇ ਲੁੱਟੇ ਵੀ ਜਾਂਦੇ ਨੇ ਤੇ ਕਈ ਤਾਂ ਆਤਮ ਹੱਤਿਆਵਾਂ ਤੱਕ ਕਰ ਲੈਂਦੇ ਨੇ। ਕਈ ਰਸਤੇ 'ਚ ਜੰਗਲਾਂ 'ਚ ਰੁਲਦੇ ਹੋਏ 2 ਨੰਬਰ 'ਚ ਜਾਣ ਵਾਲੇ ਉੱਥੇ ਉਹ ਮਰ ਜਾਂਦੇ ਨੇ, ਉਹ ਦਰਿਆਵਾਂ 'ਚ ਸਮੁੰਦਰਾਂ 'ਚ ਡੁੱਬ ਜਾਂਦੇ ਨੇ। ਆ ਕਈ ਸਾਲ ਪਹਿਲਾਂ ਆਪਣੇ 300 ਨੌਜਵਾਨ ਸਮੁੰਦਰ 'ਚ ਡੁੱਬ ਕੇ ਮਰ ਗਏ ਸੀ, ਕਿਸ਼ਤੀ ਦੇ ਰਾਹੀਂ ਜਾ ਰਹੇ ਸੀ। ਤੇ ਇਸ ਤਰ੍ਹਾਂ ਇੰਨਾ ਕੁਝ ਵਾਪਰ ਰਿਹਾ। ਸਾਡੀਆਂ ਕਮੇਟੀਆਂ ਨੂੰ, ਸਾਡੀਆਂ ਸਰਕਾਰਾਂ ਨੂੰ ਇਧਰਲੇ ਪਾਸੇ ਕੋਈ ਧਿਆਨ ਨਹੀਂ ਹੈ। ਘੱਟੋ ਘੱਟ ਸ਼੍ਰੋਮਣੀ ਕਮੇਟੀ ਤਾਂ ਪਬਲਿਕ ਦਾ ਦਿੱਤਾ ਪੈਸਾ ਧਰਮ ਦੇ ਨਾਂ ਤੇ ਦਾਨ ਕੀਤਾ ਹੋਇਆ, ਉਸ ਨੂੰ ਤਾਂ ਚੰਗੇ ਪਾਸੇ ਲਾਉਣਾ ਸ਼ੁਰੂ ਕਰਨ ਦੀ, ਆਪਣੀ ਜਵਾਨੀ ਨੂੰ ਬਚਾ ਲੈਂਦੀ। ਮੈਂ ਇਹ ਕਹਿ ਰਿਹਾ ਕਿ ਵੱਡੇ ਗੁਰਦੁਆਰਿਆਂ ਦੇ ਨਾਲ ਇੱਕ ਵਕੀਲਾਂ ਦੀ ਕਮੇਟੀ ਹੋਵੇ, ਇੱਕ ਮੈਡੀਕਲ ਸਿਸਟਮ ਹੋਵੇ, ਡਾਕਟਰਾਂ ਦੀ ਕਮੇਟੀ ਹੋਵੇ, ਕੋਈ ਸਲਾਹਕਾਰਾਂ ਦੀ ਕਮੇਟੀ ਹੋਵੇ। ਤੇ ਇਹ ਜਿਹੜਾ ਸਿਸਟਮ ਹੈ ਗੁਰਦੁਆਰਿਆਂ ਨੇ ਨਹੀਂ ਉਸਾਰਿਆ, ਹਾਲਾਤ ਅਨੁਸਾਰ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕੇ। ਲੋਕਾਂ ਨੂੰ ਉਹ ਉਸ ਤਰ੍ਹਾਂ ਦੀ ਹਾਲਾਤ ਅਨੁਸਾਰ ਨਵੀਂ ਵਿੱਦਿਆ, ਨਵਾਂ ਗਿਆਨ, ਨਵੀਂ ਸਲਾਹ ਉਹ ਨਹੀਂ ਦੇ ਸਕੇ। ਇਸੇ ਕਰਕੇ ਅੱਜ ਉਹ ਫੇਲ ਹੋ ਚੁੱਕੇ ਹੋਏ ਨੇ। ਜਿਹੜੀ ਬਾਤ ਉੱਥੋਂ ਮੈਂ ਕਹਿ ਰਹੀ ਹਾਂ ਕਿ ਵਕੀਲ ਜਾਂ ਫਿਰ ਤਕਨੀਕੀ ਸਿੱਖਿਆ ਜਾਂ ਫਿਰ ਆਪਾਂ ਕਹਿ ਲਈਏ ਕਿ ਹੋਰ ਸੁਵਿਧਾਵਾਂ, ਪਰ ਜੋ ਤਾਂ ਸਾਰੇ ਸਰਕਾਰ ਕੇ ਫਰਜ਼ ਬਣਾ ਗੁਰਦੁਆਰੇ ਨੇ। ਹੁਣ ਗੁਰਦੁਆਰਿਆਂ ਦੇ ਵਿੱਚ ਤਾਂ ਇੱਕ ਧਾਰਮਿਕ ਗਿਆਨ ਮਿਲੇਗਾ, ਧਾਰਮਿਕ ਗਿਆਨ ਗੁਰਦੁਆਰਿਆਂ 'ਚ ਗੁਰਬਾਣੀ ਪੜ੍ਹੀ ਜਾ ਰਹੀ ਹੈ, ਮਨ ਨੂੰ ਗੁਰੂ ਸਾਹਿਬਾਨਾਂ ਕੇ ਗੱਲ ਜੋੜਿਆ ਜਾ ਰਿਹਾ। ਫਿਰ ਉਹ ਤਾਂ ਫਿਰ ਸਰਕਾਰ ਕੇ ਕੰਮ ਆ ਜੀ। ਤੁਸੀਂ ਫਿਰ ਉਹ ਕਹਿ ਰਹੇ ਆ ਵੀ ਉਹ ਗੁਰਦੁਆਰਿਆਂ ਵਿੱਚ ਮਿਲਣਾ ਚਾਹੀਦਾ, ਫਿਰ ਗੁਰਦੁਆਰਿਆਂ ਵਿੱਚ ਗੁਰਬਾਣੀ ਕਿਹੜੇ ਟਾਈਮ ਪੜ੍ਹੀ ਜਾਏਗੀ ਜੇ ਇਸ ਤਰ੍ਹਾਂ ਦਾ ਗਿਆਨ ਦੇਣ ਲੱਗ ਪਏ। ਗੁਰੂ ਸਾਹਿਬ ਨੇ ਆਪ, ਆਪਾਂ ਰੋਜ਼ ਸਟੇਜਾਂ ਤੇ ਸੁਣਾਉਂਦੇ ਆ, ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਹਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ, ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਉਹ ਮੱਕੇ ਮਦੀਨੇ ਤੱਕ ਵੀ ਪਹੁੰਚੇ ਕਿ ਲੋਕੋ ਆਪਣੀ ਜ਼ਿੰਦਗੀ ਬਦਲੋ, ਨਵੇਂ ਢੰਗ ਤਰੀਕੇ ਸਿੱਖੋ। ਅੱਜ ਉਹ ਪੁਰਾਣਾ ਜ਼ਮਾਨਾ ਲੱਦ ਗਿਆ। ਉਹ ਬ੍ਰਾਹਮਣਾਂ ਕੋਲੇ ਵੀ ਸੂਰਜ ਨੂੰ ਪਾਣੀ ਦਿੰਦੇ ਸੀ, ਉਹਨਾਂ ਨੂੰ ਵੀ ਕਿਹਾ ਉਹ ਭਲਿਓ ਲੋਕੋ ਇਹ ਪਾਣੀ ਪੂਣੀ ਦੇਣਾ ਛੱਡੋ, ਆਪਣੇ ਖੇਤਾਂ ਨੂੰ ਪਾਣੀ ਦਿਓ, ਲੋਕਾਂ ਤੱਕ ਪਾਣੀ ਪਹੁੰਚਾਓ, ਸੂਰਜ ਨੂੰ ਪਾਣੀ ਦੀ ਤੁਹਾਡੇ ਦੀ ਲੋੜ ਨਹੀਂ ਹੈ, ਨਾ ਪਹੁੰਚਦਾ ਉੱਥੇ ਤੱਕ। ਇਸ ਤਰ੍ਹਾਂ ਉਹਨਾਂ ਨੇ ਆਰਤੀਆਂ ਉਤਾਰ ਰਹੇ ਸੀ, ਉਹਨਾਂ ਨੂੰ ਵੀ ਕਿਹਾ ਭਲਿਓ ਲੋਕੋ ਇਹ ਸੂਰਜ ਹੈਗਾ, ਇੱਥੇ ਚੰਦ ਹੈਗਾ, ਤਾਰੇ ਹੈਗੇ, ਇਹ ਆਪੀ ਦੀਵੇ ਜਗ ਰਹੇ ਨੇ ਰੱਬ ਦੇ, ਤੇ ਤੁਸੀਂ ਲੋਕਾਂ ਦੇ ਅੰਦਰ ਗਿਆਨ ਦਾ ਦੀਵਾ ਜਗਾਓ ਜੇ ਕੁਝ ਕਰਨਾ ਹੈ ਤਾਂ। ਇਹੋ ਜਿਹੇ ਰਾਹ 'ਤੇ ਗੁਰੂ ਨਾਨਕ ਨੇ ਵਿਗਿਆਨ ਦਾ ਸੱਚ ਸਾਹਮਣੇ ਲਿਆਉਣ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ। ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਉਹ ਜਿਹੜਾ ਪੈਰਾਂ 'ਤੇ ਖੜਾ ਹੋਣ ਦਾ ਵਿਗਿਆਨਕ ਢੰਗ ਹੈ ਉਹ ਆਪਣੇ ਨੌਜਵਾਨਾਂ ਨੂੰ ਸਿੱਖਿਆ ਦੇਣ। ਰਹੀ ਸਰਕਾਰ ਦੀ ਗੱਲ, ਸਰਕਾਰਾਂ ਤਾਂ ਆਪਾਂ ਕਹਿ ਰਹੇ ਹਾਂ, ਮੰਨ ਰਹੇ ਹਾਂ ਕਿ ਜਿੰਨੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਉਹਨਾਂ ਨੇ ਨਹੀਂ ਨਿਭਾਈਆਂ ਆਪਣੀਆਂ। ਘੱਟੋ ਘੱਟ ਜਿਹੜਾ ਧਰਮ ਦੇ ਨਾਂ 'ਤੇ ਪੈਸਾ ਆ ਰਿਹਾ ਗੁਰਦੁਆਰਿਆਂ 'ਚ, ਉਹਦਾ ਲੰਗਰਾਂ 'ਤੇ ਪੈਸਾ ਨਾ ਉਜਾੜਿਆ ਜਾਵੇ, ਲੰਗਰ ਕੇਵਲ ਲੋੜਵੰਦ ਨੂੰ ਦਿੱਤਾ ਜਾਵੇ। ਇਸ ਤਰ੍ਹਾਂ ਹਰ ਰੋਜ਼ ਹਰ ਥਾਂ 'ਤੇ ਸੜਕੋ ਸੜਕ ਵੀ ਜਾ ਰਹੇ ਹਾਂ, ਛਬੀਲਾਂ ਵੀ ਲਾ ਰਹੇ ਹਾਂ, ਲੰਗਰ ਵੀ ਲਾ ਰਹੇ ਹਾਂ, ਤੇ ਨਵੀਆਂ ਤੋਂ ਨਵੀਆਂ ਮਹਿੰਗੀਆਂ ਬਿਲਡਿੰਗਾਂ ਬਣਾ ਰਹੇ ਹਾਂ। ਇਹ ਤੋਂ ਬਚਿਆ ਜਾਵੇ, ਨੌਜਵਾਨਾਂ ਨੂੰ ਪੈਰਾਂ 'ਤੇ ਖੜੇ ਕਰਨ ਵਾਸਤੇ ਚੰਗੀ ਸਿੱਖਿਆ ਦਿੱਤੀ ਜਾਵੇ। ਫਿਰ ਉਹ ਆਪ ਜਦੋਂ ਪੈਰਾਂ 'ਤੇ ਖੜੇ ਹੋ ਗਏ ਤਾਂ ਆਪ ਉਹ ਸਾਰੇ ਚੰਗੇ ਕੰਮ ਕਰਨ ਲੱਗ ਪੈਣਗੇ। ਤੁਹਾਡਾ ਵੀ ਮਾਣ ਸਨਮਾਨ ਵਧੇਗਾ ਕਿ ਮੈਨੂੰ ਇਸ ਗੁਰਦੁਆਰਾ ਕਮੇਟੀ ਨੇ ਚੰਗੇ ਰਾਹ ਪਾਇਆ, ਮੇਰੀ ਮਦਦ ਕੀਤੀ ਹੈ। ਉਹ ਸਾਰੀ ਉਮਰ ਨੌਜਵਾਨ ਉਸ ਕਮੇਟੀ ਦਾ ਰਿਣੀ ਰਹੇਗਾ ਤੇ ਤੁਹਾਡਾ ਸਤਿਕਾਰ ਵਧੇਗਾ। ਧਰਮ ਦਾ ਵੀ ਲੋਕਾਂ ਦੇ ਮਨਾਂ 'ਚ ਚੰਗਾ ਪ੍ਰਭਾਵ ਜਾਵੇਗਾ। ਅੱਜ ਲੋਕੀ ਧਰਮ ਤੋਂ ਬੇਮੁਖ ਕਿਉਂ ਹੋਏ ਨੇ? ਬਾਬੇ ਨਾਨਕ ਨੇ ਤਾਂ ਸਾਨੂੰ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਇਹ ਸਾਰੇ ਕੰਮ ਉਹਨਾਂ ਨੇ ਕਰਨ ਵਾਸਤੇ ਆਖਿਆ ਸੀ। ਤੇ ਗੁਰੂ ਸਾਹਿਬ ਨੂੰ ਜ਼ੁਲਮ ਨੂੰ ਮਿਟਾਉਣ ਵਾਸਤੇ ਭਾਵੇਂ ਜੰਗ ਵੀ ਲੜਨੇ ਪਏ, ਭਾਵੇਂ ਸ਼ਾਂਤਮਈ ਰਹਿ ਕੇ ਉਹਨਾਂ ਨੂੰ ਪ੍ਰਚਾਰ ਵੀ ਕਰਨਾ ਪਿਆ, ਉਹਨਾਂ ਨੇ ਸਾਰੇ ਤਰ੍ਹਾਂ ਦੇ ਤਰੀਕੇ ਅਪਣਾਏ। ਪਰ ਅੱਜ ਆਪਾਂ ਹਾਲਾਤ ਅਨੁਸਾਰ ਆਪਣੇ ਆਪ ਨੂੰ ਕਮੇਟੀਆਂ ਵਾਲੇ ਢਾਲ ਨਹੀਂ ਸਕੇ, ਆਪਣੇ ਲੋਕਾਂ ਨੂੰ ਉਸ ਢੰਗ ਦੀ ਵਧੀਆ ਸਿੱਖਿਆ ਨਹੀਂ ਦੇ ਸਕੇ। ਅੱਜ ਤੱਕ ਗੁਰਬਾਣੀ ਨੂੰ ਕਿਰਾਏ 'ਤੇ ਪੜ੍ਹਨਾ, ਕਿਰਾਏ 'ਤੇ ਸੁਣਨਾ, ਅਖੰਡ ਪਾਠ ਕਿਰਾਏ 'ਤੇ ਕਰਨਾ, ਕੀਰਤਨ ਕਿਰਾਏ 'ਤੇ ਕਰਨਾ, ਸਾਨੂੰ ਤਾਂ ਆਪ ਅੱਜ ਤੱਕ ਪਾਠ ਤੱਕ ਨਹੀਂ ਕਰਨਾ ਆਇਆ, ਹੋਰ ਆਪਾਂ ਅੱਗੇ ਕੀ ਵਧਾਂਗੇ? ਕਦੀ ਸੋਚ ਕੇ ਵੇਖੋ। ਤਾਂ ਤੁਸੀਂ ਦੇਖ ਰਹੇ ਹੋ ਪ੍ਰੋਫੈਸਰ ਸਾਹਿਬ ਲਗਾਤਾਰ ਉਹੀ ਬਾਤ ਕਹਿ ਰਹੇ ਆ ਵੀ ਜੇਕਰ ਗੁਰੂ ਸਾਹਿਬਾਨਾਂ की ਸਿੱਖਿਆ की ਗੱਲ ਕਰੀਏ ਜਾਂ ਫਿਰ ਗੁਰਬਾਣੀ की ਸਿੱਖਿਆ की ਗੱਲ ਕਰੀਏ ਤਾਂ ਉਹ ਹਮੇਸ਼ਾ ਸਾਨੂੰ ਵਿਗਿਆਨਿਕ ਢੰਗ ਗੈਲ ਸੋਚਣ, ਪਰ ਵਿਗਿਆਨਿਕ ਢੰਗ ਗੈਲ ਜ਼ਿੰਦਗੀ ਜਿਉਣ ਵਾਸਤੇ ਕਹਿ ਰਹੀ ਆ। ਪਰ ਹमें डेरेवाद के चक्कर में या फिर बाबियां के चक्कर में
ਜਾਂ ਫਿਰ ਅੱਜ ਕੱਲ੍ਹ ਜਿਹੜੇ ਆਪਾਂ ਕਹਿ ਲਈਏ ਕਿ ਜਥੇਦਾਰਾਂ ਦੇ ਚੱਕਰ ਮਾ ਇਸ ਤਰ੍ਹਾਂ ਫਸ ਚੁੱਕੇ ਆ ਕਿ ਆਪਾਂ ਉਹਨਾਂ ਨੂੰ ਹੀ ਗੁਰੂਆਂ ਕੇ ਫਰਮਾਨ ਮੰਨ ਬੈਠੇ, ਜਿਹੜੇ ਕੁਛ ਉਹਨਾਂ ਕੇ ਹੁਕਮ ਹੋਆ ਜਾਂ ਫਿਰ ਜਿਸ ਤਰ੍ਹਾਂ ਉਹਨਾਂ ਨੇ ਲਾਈਫ ਸਟਾਈਲ ਮੈਨੂੰ ਦੱਸਿਆ ਉਸੇ ਨੂੰ ਅਸੀਂ ਲਾਈਫ ਸਟਾਈਲ ਨੂੰ ਚੰਗਾ ਲਾਈਫ ਸਟਾਈਲ ਸਮਝ ਬੈਠੇ ਕਿ ਹਾਂ ਗੁਰੂ ਸਾਹਿਬਾਨ ਨੇ ਮੈਨੂੰ ਉਹੀ ਲਾਈਫ ਸਟਾਈਲ ਦਿਆ। ਪਰ ਅਸਲ ਦੇ ਵਿੱਚ ਸਮਝਣ ਕੀ ਲੋੜ ਆ ਗੁਰਬਾਣੀ ਕੇ ਵਿਚਾਰਾਂ ਨੂੰ, ਗੁਰਬਾਣੀ ਪੜ੍ਹਨ ਕੀ ਲੋੜ ਆ। ਬਹੁਤ ਬੜੀ ਗੱਲ ਪ੍ਰੋਫੈਸਰ ਸਾਹਿਬ ਨੇ ਜਿਹੜੀ ਉਹ ਕਹੀ ਆ ਕਿ ਅੱਜ ਤੱਕ ਅਸੀਂ ਤਾਂ ਪਾਠ ਕਰਨਾ ਵੀ ਨਹੀਂ ਸਿੱਖ ਸਕੇ। ਸੱਚੀ ਗੱਲ ਆ, ਕੌੜੀ ਆ ਬਹੁਤ ਆ ਕਿ ਮਾਰੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਹਲੇ ਤੱਕ ਪਾਠ ਨਹੀਂ ਕਰਨਾ ਆਉਂਦਾ, ਤਾਂ ਫਿਰ ਅਸੀਂ ਗੁਰਬਾਣੀ ਦੀ ਗੱਲ ਕਿੱਥੇ ਦੇ ਕਰਾਂਗੇ। ਬਾਕੀ ਕਿਸ ਤਰ੍ਹਾਂ ਲੱਗੇ ਪ੍ਰੋਫੈਸਰ ਸਾਹਿਬ ਕੇ ਵਿਚਾਰ, ਤੁਸੀਂ ਆਪਣੀ ਰਾਏ ਜਿਹੜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਤੁਸੀਂ ਇਹਨਾਂ ਕੇ ਗੱਲ ਕਿੰਨੇ ਕੁ ਸਹਿਮਤ ਆ ਜਾਂ ਫਿਰ ਸਹਿਮਤ ਨਹੀਂ, ਤਾਂ ਸਹਿਮਤ ਨਹੀਂ ਤਾਂ ਕਿਉਂ ਨਹੀਂ, ਤਾਂ ਤੁਸੀਂ ਇਹਨਾਂ ਗੱਲਾਂ ਨੂੰ ਆਪਣੀਆਂ ਜਿਹੜੀਆਂ ਵਿਚਾਰ ਆ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ। ਬਾਕੀ ਹੋਰ ਇੰਟਰਵਿਊ ਕੇ ਵਾਸਤੇ ਜੁੜੇ ਰਹੋ ਪੁਆਧ ਵੈਬ ਟੀਵੀ ਕੀ ਗੱਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।